ਹਰ ਗੋਬਿੰਦ ਸ਼ੁਭ ਮਹਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਾਮ ਓੰਕਾਰ ਜੋਰੀ। ਨਮੋ ਓੰਕਾਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਵੂੰ ਬਹੋਰੀ। ਤੇਗ ਬਹਾਦਰ ਪਰਮੰ ਕਿਰਪਾਲਾ। ਵਾਹਿਗੁਰੂ ਪਰਮੰ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਗ ਪੁੰਨ ਪੁੰਨ ਸੀਸਾ। ਪਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ। ਜਾਮ ਹੈ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ। ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਕਹੇ ਬਾਲਾ ਸ਼੍ਰੀ ਅੰਗਦ ਪਾਸੀ। ਰੁਚਰ ਕਥਾ ਸੁਣੀਏ ਸੁਖ ਰਾਸੀ। ਸ਼੍ਰੀ ਗੁਰਸੋਂ ਬੋਲਿਓ ਮਰਦਾਨਾ। ਸਭ ਹੀ ਦੀਪ ਦਿਖਾਇਓ ਮਹਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ
ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਵਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਲੰਕਾ ਤੋਂ ਬਾਅਦ ਸਤਿਗੁਰੂ ਜੀ ਦਾ ਜਿਨ੍ਹਾਂ ਨੂੰ ਅਸੀਂ ਸੱਤ ਦੀਪ ਕਹਿੰਦੇ ਆ, ਭਾਈ ਮਰਦਾਨਾ ਜੀ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਜਿਹੜੇ ਜ਼ਖੀਰੇ ਨੇ ਮਹਾਰਾਜ ਉਹਨਾਂ ਦੀ ਸੈਰ ਕਰਾਓ। ਸੁਣਿਆ ਜਾਂਦਾ ਹੈ ਜਿਵੇਂ ਆਪਾਂ ਕਹਿੰਦੇ ਸਮੁੰਦਰ ਸੱਤ ਨੇ, ਉਵੇਂ ਟਾਪੂ ਵੀ ਧਰਤੀ ਦੇ ਸੱਤ ਮੰਨੇ ਗਏ ਨੇ। ਜਿਹੜੀ ਕਥਾ ਆਪਾਂ ਪਹਿਲਾਂ ਸੁਣੀ ਹੈ ਕਿ ਗੁਰੂ ਨਾਨਕ ਦੇ ਪਿਤਾ ਮਹਾਰਾਜ ਲੰਕਾ ਗਏ, ਭੀਖਣ ਮਿਲਿਆ। ਅਸਲ ਵਿੱਚ ਜਿਹੜੀ ਰਾਵਣ ਵਾਲੀ ਲੰਕਾ ਹੈ, ਬਹੁਤੇ ਇਤਿਹਾਸਕਾਰਾਂ ਦਾ ਇਹ ਕਥਨ ਹੈ ਕਿ ਇਹ ਉਹ ਜਗ੍ਹਾ ਨਹੀਂ ਜਿਹਨੂੰ ਸੈਲੂਨ ਕਹਿੰਦੇ ਨੇ ਜਾਂ ਸੰਗਲਾ ਦੀਪ ਕਹਿੰਦੇ ਨੇ। ਭਾਈ ਵੀਰ ਸਿੰਘ ਹੋਰਾਂ ਨੇ ਅਰਥ ਕੀਤੇ ਨੇ ਕਿ ਇਹਨਾਂ ਥਾਵਾਂ ਤੇ ਸ਼੍ਰੀ ਰਾਮਚੰਦਰ ਜੀ ਗਏ ਹੋਣ, ਉੱਥੇ ਕੋਈ ਨਿਸ਼ਾਨੀ ਨਹੀਂ ਮਿਲਦੀ। ਅਗਰ ਕੋਈ ਅਵਤਾਰੀ ਪੁਰਖ ਗਿਆ ਹੋਵੇ ਤੇ ਕੋਈ ਨਾ ਕੋਈ ਨਿਸ਼ਾਨੀ ਨਿਸ਼ਾਨਦੇਹੀ ਜ਼ਰੂਰ ਹੋਣੀ ਚਾਹੀਦੀ ਹੈ। ਇਸੇ ਕਰਕੇ ਜਿਹੜੇ ਵਿਦਵਾਨ ਨੇ ਉਹ ਮੰਨਦੇ ਨੇ ਕਿ ਜਿਹੜਾ ਮਲਾਇਆ ਦਾ ਟਾਪੂ ਹੈ ਉੱਥੇ ਰਾਵਣ ਦੀ ਲੰਕਾ ਸੀ। ਸਮਾਟਰਾ ਦੇ ਵਿੱਚ ਸੋਨੀ ਲੰਕਾ ਦਾ, ਸੋਨੇ ਦੀ ਲੰਕਾ ਦਾ ਇੱਕ ਨਾਮ ਵੀ ਹੈ, ਸ਼ਹਿਰ ਦਾ ਨਾਮ ਹੈ। ਉਹ ਸ਼ਹਿਰ ਨੂੰ ਕਹਿੰਦੇ ਨੇ ਸੋਨੀ ਲੰਕਸ਼ਾ। ਇੱਕ ਸਿਟੀ ਦਾ ਨਾਮ ਹੈ, ਜਿਵੇਂ ਦਿੱਲੀ ਹੈ, ਗੜਗਾਵਾਂ ਹੈ, ਜਿਵੇਂ ਕੋਈ ਸ਼ਹਿਰ ਹੈ, ਜਲੰਧਰ ਹੈ, ਲੁਧਿਆਣਾ ਹੈ। ਔਰ ਇੱਥੇ ਸੋਨੀ ਲੰਕਸ਼ਾ ਦੇ ਵਿੱਚ ਇਹ ਮਲਾਇਆ ਦਾ ਇੱਕ ਹਿੱਸਾ ਹੈ। ਸਮਾਟਰਾ, ਇਹਦਾ ਇੱਥੇ ਭਾਈ ਵੀਰ ਸਿੰਘ ਜੀ ਨੇ ਜ਼ਰੂਰ ਜ਼ਿਕਰ ਕੀਤਾ ਹੈ। ਔਰ ਇਹ ਵੀ ਦੱਸਿਆ ਵੀ ਉੱਥੇ ਸ਼੍ਰੀ ਰਾਮਚੰਦਰ ਜੀ ਅਤੇ ਲਕਸ਼ਮਣ ਜੀ, ਉਹਨਾਂ ਦੇ ਜਿਹੜੀਆਂ ਉੱਥੇ ਪ੍ਰਾਚੀਨ ਦੀਵਾਰਾਂ ਨੇ
ਉਹਨਾਂ ਦੇ ਉੱਤੇ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ। ਫਲੋਰੈਂਸ ਦੇ ਟਾਪੂ ਦੇ ਵਿੱਚ ਇੱਕ ਰੱਕ ਨਾਮ ਦੀ ਇੱਕ ਮਨੁੱਖਾਂ ਦੀ ਜਾਤੀ ਵੀ ਹੈ। ਜਿਵੇਂ ਇੱਥੇ ਆਪਾਂ ਗਿਣਦੇ ਨਾ ਵੀ ਰਾਜਪੂਤ ਨੇ, ਇਹ ਮਰਾਠੇ ਨੇ, ਸਾਡੇ ਵਿੱਚ ਵੀ ਬੜੀਆਂ ਜਾਤੀਆਂ ਨੇ। ਕਿਸੇ ਨੂੰ ਅਸੀਂ ਨੇਪਾਲੀ ਕਹਿੰਦੇ ਆ, ਕਿਸੇ ਨੂੰ ਆਪਾਂ ਤਿੱਬਤੀ ਕਹਿੰਦੇ ਆ। ਇਸੇ ਤਰ੍ਹਾਂ ਉੱਥੇ ਇੱਕ ਰੱਕ ਜਾਤੀ ਵੀ ਹੈ, ਅੱਜ ਵੀ ਹੈ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਰੱਕ ਸ਼ਾਇਦ ਕੋਈ ਰਾਖਸ਼ ਸੀ, ਉਹਦੇ ਤੋਂ ਉਸ ਜਾਤੀ ਦਾ ਨਾਮ ਜਿਹੜਾ ਹੈ ਉਹ ਪ੍ਰਚਲਿਤ ਹੋਇਆ। ਫਿਰ ਭਾਈ ਵੀਰ ਸਿੰਘ ਨੇ ਵੀ ਜ਼ਿਕਰ ਕੀਤਾ ਵੀ ਜਿਹੜਾ ਮਾਰਕੰਡਾ ਪੁਰਾਣ ਹੈ, ਸਿਮਰਤੀਆਂ, ਪੁਰਾਣ, ਵੇਦ, ਉਪਨਿਸ਼ਦ, ਇਹ ਹਿੰਦੂ ਧਰਮ ਦੇ ਵਿੱਚ ਬੜੇ ਪਵਿੱਤਰ ਗ੍ਰੰਥ ਮੰਨੇ ਗਏ ਨੇ। ਮਾਰਕੰਡੇ ਪੁਰਾਣ ਵਿੱਚ ਲੰਕਾ ਜਿਹੜੀ ਹੈ ਇਹਨੂੰ ਮਲਾਦੋ ਦੀਪ ਕਰਕੇ ਲਿਖਿਆ ਹੈ ਪੁਰਾਣ ਦੇ ਵਿੱਚ। ਔਰ ਮਲਾਦੋ ਦੀਪ ਜਿਹਨੂੰ ਅੱਜ ਅਸੀਂ ਮਲਾਇਆ ਕਹਿੰਦੇ ਆ, ਇਹ ਉਹੀ ਹੈ। ਇਸ ਕਰਕੇ ਮੰਨਿਆ ਜਾਂਦਾ ਹੈ। ਔਰ ਇਹਨਾਂ ਟਾਪੂਆਂ ਦੇ ਵਿੱਚ ਮੱਲਿਆ ਨਾਮ ਦੀ ਜਾਤੀ ਵੀ ਵੱਸਦੀ ਹੈ। ਔਰ ਕਹਿੰਦੇ ਨੇ ਉੱਥੇ ਕੁਝ ਨਦੀਆਂ ਨੇ ਉਸ ਮਲਾਇਆ ਦੇ ਵਿੱਚ। ਉਹ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਨਾਂ ਜਿਹੜੇ ਨੇ, ਜਿਹੜੀ ਸ਼੍ਰੀ ਰਾਮਚੰਦਰ ਜੀ ਦੀ ਫੌਜ ਸੀ, ਉਸ ਫੌਜ ਦੇ ਨਾਵਾਂ ਤੇ ਉਹ ਨਾਂ ਰੱਖੇ ਹੋਏ ਨੇ। ਪਹਿਲੀ ਇਹ ਕਲੈਰਿਟੀ ਸਾਡੇ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ। ਦੂਸਰਾ ਇੱਥੇ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇ ਪਿਤਾ ਜੀ ਨੂੰ ਭਪੀਖਣ ਮਿਲਿਆ। ਉਹਦੇ ਵੀ ਭਾਈ ਵੀਰ ਸਿੰਘ ਨੇ ਇੱਥੇ ਅਰਥ ਕੀਤੇ ਨੇ ਕਿ ਇਹ ਜ਼ਰੂਰੀ ਨਹੀਂ ਕਿ ਹਨੂਮਾਨ ਦੀ ਦ੍ਰਿਸ਼ਟੀ ਦੇ ਵਿੱਚ ਕੁਝ ਅੰਤਰ ਸੀ। ਇਹਨਾਂ ਪ੍ਰਸੰਗਾਂ ਦੇ ਵਿੱਚ ਲੰਕਾ ਨਾਮੇ ਜਿਹੜੀ ਧਰਤੀ ਹੈ, ਉੱਥੇ ਹੱਡ ਚੰਮ ਦੀ ਦੇਹੀ ਵਿੱਚ ਭਪੀਖਣ ਤੇ ਹਨੂਮਾਨ ਬੈਠੇ ਰਾਜ ਕਰਦੇ ਸਨ। ਰਾਵਣ ਦੀ ਚਿਖਾ ਫਰੋਲਦੇ ਸਨ। ਪਰ ਇਹ ਕਿ ਦੋਵੇਂ ਸਰੀਰ ਤੋਂ ਮਗਰੋਂ ਪੂਰਨ ਪਦ ਤੇ ਨਹੀਂ ਅਪੜੇ। ਭਾਈ ਵੀਰ ਸਿੰਘ ਕਹਿੰਦੇ ਨੇ ਇੱਥੇ ਜਿਹੜਾ ਜ਼ਿਕਰ ਕੀਤਾ ਗਿਆ ਹੈ ਉਹ ਇਸੇ ਕਰਕੇ ਕੀਤਾ ਗਿਆ ਹੈ। ਇਹ ਜ਼ਰੂਰੀ ਨਹੀਂ ਕਿ ਉਹ ਉਸੇ ਰੂਪ ਦੇ ਵਿੱਚ ਬੈਠੇ ਸਨ, ਕਿਉਂਕਿ ਇਹ ਗੱਲ ਸਾਨੂੰ ਧਰਮ ਦੇ ਕਮਾਉਣ ਵਾਲਿਆਂ ਨੂੰ ਸਮਝ ਆਉਣੀ ਚਾਹੀਦੀ ਹੈ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਉਹਦੇ ਵਿੱਚ ਕਰਮਖੰਡ, ਸ਼ਰਮਖੰਡ, ਧਰਮਖੰਡ, ਸੱਚਖੰਡ, ਇਹ ਖੰਡਾਂ ਦਾ ਜ਼ਿਕਰ ਆਉਂਦਾ। ਇਹ ਕੀ ਹੈ? ਇਹ ਮਨ ਦੀ ਅਵਸਥਾ ਹੈ। ਇਹ ਅਸੀਂ ਖੁਦ ਵੇਖ ਸਕਦੇ ਹਾਂ ਕਿ ਤੁਸੀਂ ਕਿੱਥੇ ਪਹੁੰਚੇ ਹੋ, ਮੈਂ ਕਿੱਥੇ ਪਹੁੰਚਿਆ। ਜਦੋਂ ਇੱਥੋਂ ਪੜ੍ਹ ਲਿਖ ਕੇ ਲੋਕ ਕੈਨੇਡਾ, ਅਮਰੀਕਾ, ਇੰਗਲੈਂਡ ਜਾਂਦੇ ਨੇ ਨਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਦੋਂ ਮੇਰਾ ਆਪਣਾ ਬੱਚਾ ਟੈਕਸੀ ਚਲਾਉਂਦਾ ਸੀ ਨਾ, ਤਕਰੀਬਨ 5 ਸਾਲ ਟੈਕਸੀ ਚਲਾਈ ਉਹਨਾਂ ਨੇ। ਛੋਟਾ ਪੜ੍ਹਦਾ ਸੀ, ਉਹ ਨਾਲ ਚਲਾਉਂਦਾ ਸੀ, ਉਹਦੇ ਸ਼ੇਅਰ ਕਰ ਲੈਂਦਾ ਸੀ। ਤਾਂ ਉਹ ਮੈਨੂੰ ਦੱਸਦੇ ਹੁੰਦੇ ਸੀ, ਪਾਪਾ ਸਾਡੇ ਨਾਲ ਕਈ ਥਾਣੇਦਾਰ ਟੈਕਸੀ ਚਲਾਉਂਦੇ ਨੇ, ਕਈ ਬੈਂਕ ਮੈਨੇਜਰ ਚਲਾਉਂਦੇ ਨੇ, ਇੰਡੀਆ ਦੇ ਕਈ ਡਾਕਟਰ ਵੀ ਚਲਾਉਂਦੇ ਨੇ। ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਬੇਟੇ ਇਹ ਕਿੱਦਾਂ ਹੋਇਆ? ਕੀ ਵੀ ਇੱਥੇ ਤੇ ਥਾਣੇਦਾਰ ਹੋ ਤਾਂ ਉੱਥੇ ਕੀ ਕਰੇਗਾ? ਇਹ ਤਾਂ ਨਹੀਂ ਵੀ ਅਗਲੇ ਵੀ ਥਾਣੇਦਾਰ ਲਾ ਲੈਣਗੇ ਤੁਹਾਨੂੰ। ਰਹੀ ਬੈਂਕ ਮੈਨੇਜਰ ਦੀ ਗੱਲ, ਵੀ ਇੱਥੇ ਤੂੰ ਬੈਂਕ ਮੈਨੇਜਰ ਹੈ, ਤੈਨੂੰ ਉੱਥੋਂ ਦਾ ਬੈਂਕ ਮੈਨੇਜਰ ਤਾਂ ਲਾਉਣਗੇ ਨਹੀਂ ਉਹ।
ਇਸੇ ਤਰ੍ਹਾਂ ਜੇ ਤੁਸੀਂ ਇੱਥੇ ਡਾਕਟਰ ਹੋ ਤੇ ਉੱਥੇ ਤੁਹਾਨੂੰ ਡਾਕਟਰ ਦੀ ਪ੍ਰੈਕਟਿਸ ਨਹੀਂ ਕਰਨ ਦੇਣਗੇ। ਸ਼ਾਇਦ ਜਿਨ੍ਹਾਂ ਦੇ ਬੱਚੇ ਅੱਜ ਉੱਥੇ ਪੜ੍ਹਨ ਜਾਂਦੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਪਹਿਲਾਂ ਉਹ ਤੁਹਾਡੇ ਬੱਚਿਆਂ ਦੇ ਸਕੂਲ ਸਰਟੀਫਿਕੇਟ ਮੰਗਾਉਂਦੇ ਨੇ, ਉਹਨਾਂ ਦੀ ਵੈਲੂਏਸ਼ਨ ਹੁੰਦੀ ਹੈ, ਫਿਰ ਐਗਜ਼ਾਮ ਦੇਣੇ ਪੈਂਦੇ ਨੇ। ਆਈਲੈਟਸ ਕੀ ਹੈ? ਉਹਦੇ ਵਿੱਚ ਇਹੀ ਹੈ ਨਾ ਵੀ ਕੀ ਤੁਹਾਨੂੰ ਇੰਗਲਿਸ਼ ਲਿਖਣੀ ਆਉਂਦੀ ਹੈ, ਕੀ ਅੰਡਰਸਟੈਂਡ ਕਰਨੀ ਆਉਂਦੀ ਹੈ, ਕੀ ਤੁਹਾਨੂੰ ਪੜ੍ਹਨੀ ਆਉਂਦੀ ਹੈ। ਸਾਡੇ ਵਾਲਾ ਕੰਮ ਨਹੀਂ ਨਾ। ਅਸੀਂ ਤੇ ਇੱਕ ਚੀਜ਼ ਚੋਂ ਅਜੇ ਬਾਹਰ ਹੀ ਨਹੀਂ ਆ ਰਹੇ ਵੀ ਇੱਕ ਦਾ ਬੱਚਾ ਫੇਲ ਹੋ ਜਾਏ ਤੇ 15 ਘਰ ਉਸ ਬੱਚੇ ਨੂੰ ਚੁੱਕ ਕੇ ਤੁਰ ਪੈਂਦੇ ਨੇ ਵੀ ਇਹਨੂੰ ਜੀ ਕੋਈ ਨਹੀਂ ਜੀ ਪਾਸ ਦਾ ਸਰਟੀਫਿਕੇਟ ਦੇ ਦਿਓ। 15 ਘਰ ਇੱਕ ਫੇਲ ਬੱਚੇ ਨੂੰ ਚੁੱਕ ਕੇ ਤੁਰ ਪੈਂਦੇ ਨੇ ਕਿ ਇਹਨੂੰ ਪਾਸ ਦਾ ਸਰਟੀਫਿਕੇਟ ਦੇ ਦਿਓ, ਭਾਵੇਂ ਨਾਲ ਹੀ ਟੀਸੀ ਦੇ ਦਿਓ। ਤੇ 15 ਦੇ 15 ਫਿਰ ਦੂਜੇ ਸਕੂਲ ਪਹੁੰਚ ਜਾਂਦੇ ਨੇ ਵੀ ਕੋਈ ਨਹੀਂ ਜੀ ਅਸੀਂ ਉੱਥੋਂ ਪਾਸ ਕਰਾ ਲਿਆ ਜੀ, ਹੁਣ ਤੁਸੀਂ ਐਡਮਿਸ਼ਨ ਦੇ ਦਿਓ। ਜਿਹੜਾ ਇੰਡੀਆ ਦਾ ਐਜੂਕੇਸ਼ਨ ਦਾ ਸਤਿਆਨਾਸ਼ ਹੋਇਆ ਹੈ ਇਸੇ ਕਰਕੇ ਹੋਇਆ। ਉਹਦਾ ਕਹੀ ਜਾਂਦੇ ਨੇ ਅਸੀਂ ਧਰਮ ਨੂੰ ਮੰਨਦੇ ਆ, ਤੇ ਧਰਮ 'ਚ ਹੇਰਾਫੇਰੀ ਕਿੱਥੇ ਲਿਖੀ ਹੈ? ਲਿਖੀ ਕਿਤੇ ਕਿ ਫੇਲ ਨੂੰ ਪਾਸ ਕਰਾ ਦਿਓ ਇਸ ਸਕੂਲ 'ਚ ਤੇ ਟੀਸੀ ਲੈ ਕੇ ਦੂਜੇ ਸਕੂਲ 'ਚ ਜਾ ਕੇ ਬੱਚਾ ਦਾਖਲ ਕਰਾ ਦਿਓ। ਧਰਮ ਦੇ ਪੱਲੇ ਕੀ ਰਹਿ ਗਿਆ? ਧਰਮ ਸ਼ੁਰੂ ਇੱਥੋਂ ਹੁੰਦਾ ਹੈ, ਬੋਲੀ ਹੈ ਸੱਚ, ਧਰਮ ਝੂਠ ਨਾ ਬੋਲੀ ਹੈ। ਬਾਹਰਲੇ ਮੁਲਕਾਂ ਵਿੱਚ ਇਦਾਂ ਨਹੀਂ ਹੈ। ਉਹ ਤੁਹਾਡੀ ਵੈਲਿਊਏਸ਼ਨ ਕਰਦੇ ਨੇ, ਤੁਹਾਡੇ ਬੱਚੇ ਦੀ ਪੜ੍ਹਾਈ ਕਿੰਨੀ ਹੈ। ਕਈ ਬੱਚੇ ਸਾਰੀ ਉਮਰ ਜਾ ਕੇ ਉੱਥੇ ਕੁਆਲੀਫਾਈ ਹੁੰਦੇ ਹੀ ਨਹੀਂ, ਉਹਨਾਂ ਨੂੰ ਫਿਰ ਲੇਬਰ ਹੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਤੁਸੀਂ ਗੁਰਦੁਆਰੇ ਆਉਂਦੇ ਹੋ, ਕਦੇ ਆਪਣੀ ਵੈਲਿਊਏਸ਼ਨ ਕੀਤੀ ਤੁਸੀਂ? ਅਮੂਮਨ ਮੈਂ ਵੇਖਿਆ ਜਿਹੜੇ ਬਹੁਤੇ ਗੁਰਦੁਆਰੇ ਆਉਂਦੇ ਨੇ ਉਹ ਬਹੁਤਾ ਝਗੜਾ ਵੀ ਕਰਦੇ ਨੇ। ਉਹ ਕਹਿੰਦੇ ਵੀ ਤੂੰ ਮੈਨੂੰ ਆਪਣਾ ਨਾਂ ਦੱਸ, ਕਿਉਂਕਿ ਉਹਦੀ ਜਾਣ ਪਛਾਣ ਹੋ ਜਾਂਦੀ ਹੈ। ਗੁਰਦੁਆਰਾ ਕੀ ਹੈ? ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਇਹ ਤੇ ਟਕਸਾਲ ਸੀ। ਇੱਥੇ ਅੱਖਾਂ ਘੜੀਆਂ ਜਾਣੀਆਂ ਸੀ ਵੀ ਵੇਖਣਾ ਕੀ ਹੈ, ਕੰਨ ਘੜੇ ਜਾਣੇ ਸੀ ਵੀ ਸੁਣਨਾ ਕੀ ਹੈ, ਪੈਰ ਘੜੇ ਜਾਣੇ ਸੀ ਵੀ ਤੁਰਨਾ ਕਿੱਧਰ ਨੂੰ ਹੈ, ਹੱਥ ਘੜੇ ਜਾਣੇ ਸੀ ਵੀ ਕਰਨਾ ਕੀ ਹੈ। ਅਸੀਂ ਇੱਥੇ ਆ ਕੇ ਬੰਦੇ ਘੜਨੇ ਸ਼ੁਰੂ ਕਰ ਦਿੱਤੇ। ਮੈਂ ਆਪਣੇ ਕੰਨਾਂ ਨਾਲ ਸੁਣਦਾ, ਇੱਥੇ ਨਹੀਂ ਵਿਦੇਸ਼ਾਂ ਵਿੱਚ ਵੀ ਜਦੋਂ ਇੱਕ ਦੂਜੇ ਨਾਲ ਬੋਲਦਾ ਕਹਿੰਦਾ ਫਿਰ ਆ ਜੀ ਐਤਵਾਰ ਗੁਰਦੁਆਰੇ ਤੈਨੂੰ ਮੈਂ ਮਾਈਕ ਫੜਾਊਂਗਾ। ਵੀ ਗੁਰਦੁਆਰੇ ਦਾ ਮਾਈਕ ਇਸ ਕੰਮ ਲਈ ਹੈ ਕਿ ਤੁਸੀਂ ਉੱਥੇ ਆਪਣੀਆਂ ਕਿੜਾਂ ਕੱਢੋਗੇ। ਸਾਨੂੰ ਇਹ ਜਾਤੀ ਵਿਰੋਧ ਬਾਹਰ ਰੱਖਣੇ ਚਾਹੀਦੇ ਨੇ। ਉਹਦਾ ਕਾਰਨ ਇਹ ਵੀ ਅਸੀਂ ਕਰਤੂਤ ਪਸ਼ੂ ਤੋਂ ਅੱਗੇ ਤੁਰੇ ਹੀ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਉਹ ਕਹਿੰਦੇ ਨੇ ਵੀ ਜਿਹੜੀ ਸਾਧੂ ਵਿਭੂਤੀ ਲਾਉਂਦੇ ਸੀ ਨਾ, ਸਰੀਰ ਤੇ ਸੁਆਹ ਮਲਦੇ ਸੀ, ਉਹ ਇਸ ਕਰਕੇ ਨਹੀਂ ਸੀ ਮਲਦੇ ਵੀ ਉਹਦੇ ਨਾਲ ਸਰਦੀ 'ਚ ਸਰੀਰ ਨਿੱਘਾ ਰਹਿੰਦਾ ਹੈ ਤੇ ਗਰਮੀ 'ਚ ਠੰਡਾ ਰਹਿੰਦਾ, ਇਸ ਕਰਕੇ ਨਹੀਂ ਸੀ। ਉਹ ਆਪਣੇ ਸਰੀਰ ਦੀ ਵੈਲਿਊਏਸ਼ਨ ਦੱਸਦੇ ਸੀ ਵੀ ਆਹ ਜਿਹੜੀ ਸਵਾ ਹੈ ਨਾ ਇਸ ਤੋਂ ਵੀ ਨਿਕੰਮਾ ਹੈ ਔਰ ਇਸ ਤੋਂ ਵੀ ਸ਼ਾਂਤ ਹੈ। ਸਵਾ ਤੋਂ ਸ਼ਾਂਤ ਤਾਂ ਚੀਜ਼ ਕੋਈ ਨਹੀਂ ਹੈਗੀ। ਜਦੋਂ ਕੋਈ ਚੀਜ਼ ਸੜ ਬਲ ਹਟੀ, ਭਾਂਬੜ ਮੱਚ ਹਟੇ, ਅਖੀਰ ਉਹ ਸਵਾ ਬਣ ਗਈ। ਹੁਣ ਸਵਾ ਤੋਂ ਠੰਡੀ ਚੀਜ਼ ਹੋਰ ਕੀ ਹੋ ਸਕਦੀ ਹੈ? ਪਰ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਵੀ ਇੱਕ ਧਰਮ ਸੰਸਦ ਬੁਲਾਈ ਅੱਜ ਤੱਕ ਵਾਲਿਆਂ ਨੇ, ਟੀਵੀ ਵਾਲਿਆਂ ਨੇ, ਮੈਂ ਵੀ ਗਿਆ ਉੱਥੇ। ਤੁਸੀਂ ਯਕੀਨ ਕਰਨਾ, ਅਸੀਂ ਜਿੱਥੇ ਬੈਠੇ ਸੀ, ਮੈਂ ਸੀ, ਇੱਕ ਮੇਰੇ ਨਾਲ ਦਿੱਲੀ ਕਮੇਟੀ ਦੇ ਮੈਂਬਰ ਸਾਹਿਬ ਵੀ ਸੀਗੇ। ਸਾਨੂੰ ਇਦਾਂ ਲੱਗੇ ਵੀ ਇਹਨਾਂ ਨੇ ਲੜਦਿਆਂ ਲੜਦਿਆਂ ਸਾਡੀਆਂ ਵੀ ਪੱਗਾਂ ਲਾ ਦੇਣੀਆਂ ਨੇ। ਉਹ ਤੇ ਝਈਆਂ ਲੈ ਲੈ ਕੇ ਪੈਣ ਇੱਕ ਦੂਜੇ ਨੂੰ।
ਮਤਲਬ ਜੇ ਕੈਮਰੇ ਦਾ ਡਰ ਨਾ ਹੁੰਦਾ ਤਾਂ ਉੱਥੇ ਕੌਡੀ ਕੌਡੀ ਹੋ ਜਾਣੀ ਸੀ। ਇੱਕ ਸਾਧ ਥੱਲੇ ਹੋਣਾ ਸੀ, ਦੂਜਾ ਉੱਤੇ ਹੋਣਾ ਸੀ। ਸਿਰਫ ਸ਼ਾਇਦ ਇੱਕੋ ਹੀ ਗੱਲ ਬਾਕੀ ਸੀ ਵੀ ਇਹ ਦੁਨੀਆ ਲਾਈਵ ਵਹਿੰਦੀ ਹੈ ਤੇ ਬਚੂਗਾ ਕੀ। ਇਸ ਕਰਕੇ ਅਸੀਂ ਗੁਰਦੁਆਰੇ ਆਉਂਦੇ ਆ, ਸਾਨੂੰ ਇਸ ਗੱਲ ਦਾ ਪਤਾ ਕਰਨਾ ਚਾਹੀਦਾ ਕਿ ਮੈਂ ਕਿੱਥੇ ਪਹੁੰਚਿਆ। ਕਰਮਖੰਡ ਵਿੱਚ ਆ, ਸ਼ਰਮਖੰਡ ਵਿੱਚ ਆ, ਧਰਮਖੰਡ ਵਿੱਚ ਆ, ਕਿ ਮੈਂ ਸੱਚਖੰਡ ਵਿੱਚ ਪਹੁੰਚ ਗਿਆ। ਇੱਥੇ ਭਾਈ ਵੀਰ ਸਿੰਘ ਨੇ ਲਿਖਿਆ, ਅਸਲ ਵਿੱਚ ਹੋਇਆ ਕੀ ਹੈ ਕਿ ਭਪੀਖਣ ਤੇ ਹਨੂਮੰਤ ਕਹਿੰਦੇ ਇਹ ਧਰਮਖੰਡ ਵਿੱਚ ਹੀ ਸੀਗੇ, ਅੱਗੇ ਨਹੀਂ ਗਏ। ਇਸੇ ਕਰਕੇ ਇਹ ਕਥਾ ਜਿਹੜੀ ਸੀ ਇੱਥੇ ਦਰਜ ਕੀਤੀ ਗਈ ਸੀ। ਹੁਣ ਕਈਆਂ ਨੇ ਮੈਨੂੰ ਪੁੱਛਿਆ, ਕਹਿੰਦੇ ਜੀ ਭਪੀਖਣ ਮਿਲਿਆ ਸੀ ਗੁਰੂ ਸਾਹਿਬ ਨੂੰ। ਹੁਣ ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਸਾਨੂੰ ਜਦੋਂ ਅਸੀਂ ਸੁਣਦੇ ਹਾਂ ਨਾ, ਸਾਨੂੰ ਇੱਦਾਂ ਲੱਗਦਾ ਵੀ ਆਹ ਗੱਲ ਜਿਹੜੀ ਹੈ ਨਾ ਇਹ ਨੁਕਸ ਹੈ। ਨਹੀਂ, ਭਾਈ ਵੀਰ ਸਿੰਘ ਹੋਰਾਂ ਨੇ ਇਹ ਜਿਹੜੀ ਗ੍ਰੰਥ ਦੀ ਆਪਾਂ ਕਥਾ ਸੁਣਦੇ, ਉੱਥੇ ਥੱਲੇ ਟੂਕਾਂ ਦਿੱਤੀਆਂ ਹੋਈਆਂ ਨੇ, ਥੱਲੇ ਨੋਟ ਦਿੱਤੇ ਹੋਏ ਨੇ। ਗੱਲ ਨੂੰ ਸਮਝਾਉਣ ਦਾ ਉਹਨਾਂ ਨੇ ਪੂਰਾ ਯਤਨ ਕੀਤਾ ਹੈ। ਤਾਂ ਆਓ ਆਪਾਂ ਅਗਲੀ ਕਥਾ ਨਾਲ ਜੁੜੀਏ। ਮੈਂ ਫਿਰ ਬੇਨਤੀ ਕਰਾਂ, ਆਪਣੇ ਧਰਮ ਦੀ ਵੈਲਿਊਏਸ਼ਨ ਜ਼ਰੂਰ ਕਰੋ ਕਿ ਆਪਾਂ ਕਿੱਥੇ ਖਲੋਤੇ ਆ। ਕਰਮਖੰਡ ਵਿੱਚ ਆ, ਸ਼ਰਮਖੰਡ ਵਿੱਚ ਆ। ਸ਼ਰਮ ਕੀ ਹੈ? ਜਦੋਂ ਤੁਸੀਂ ਮਿਹਨਤ ਕਰਦੇ ਹੋ। ਜਿਵੇਂ ਇੱਕ ਸਪੋਰਟਸਮੈਨ ਜਿਹੜਾ ਹੈ, ਉਹ ਰੋਜ਼ ਜਾ ਕੇ ਗਰਾਊਂਡ ਦੇ ਵਿੱਚ ਆਪਣਾ ਪਸੀਨਾ ਵਹਾਉਂਦਾ ਹੈ, ਉਹ ਸ਼ਰਮਖੰਡ ਹੈ। ਪਰ ਜਿੱਦਣ ਉਹ ਦੌੜਦਾ ਹੈ, ਜਿੱਦਣ ਉਹ ਖੇਡਦਾ ਹੈ, ਜਿੰਨੇ ਸਾਲ ਉਹਨੇ ਗਰਾਊਂਡ ਦੇ ਵਿੱਚ ਲਾਏ ਨੇ ਉਹਨੇ ਸਾਲ ਨਹੀਂ ਪੇਪਰ ਹੁੰਦੇ। ਬੱਚਾ 12 ਮਹੀਨੇ ਪੜ੍ਹਦੇ, ਪੇਪਰ 3 ਘੰਟੇ ਦਾ ਹੁੰਦਾ ਹੈ। ਗਰਾਊਂਡ ਵਿੱਚ ਜਾ ਕੇ ਜਿਸ ਬੰਦੇ ਨੇ ਖੇਡ ਦਾ ਅਭਿਆਸ ਕੀਤਾ ਹੈ, ਜਦੋਂ ਖੇਡਣ ਦੀ ਵਾਰੀ ਆਉਣੀ ਹੈ ਕੁਝ ਮਿੰਟਾਂ ਵਿੱਚ ਹੀ ਮੁੱਕ ਜਾਣੀ ਹੈ। ਉੱਥੇ ਪਤਾ ਲੱਗ ਜਾਣੇ ਫਸਟ, ਸੈਕੰਡ, ਥਰਡ ਹੈ ਕਿ ਕਿਤੇ ਵੀ ਨਹੀਂ ਹੈਗਾ। ਅਸੀਂ ਜੋ ਕੁਝ ਵੀ ਕਰਦੇ ਆ ਇਹ ਐਕਸਰਸਾਈਜ਼ ਹੈ। ਸਵੇਰੇ ਉੱਠਣਾ ਇੱਕ ਐਕਸਰਸਾਈਜ਼ ਹੈ, ਪਾਠ ਕਰਨਾ ਇੱਕ ਐਕਸਰਸਾਈਜ਼ ਹੈ, ਇੱਥੇ ਆ ਕੇ ਬਹਿਣਾ ਇੱਕ ਐਕਸਰਸਾਈਜ਼ ਹੈ ਕਿ ਹੌਲੀ ਹੌਲੀ ਸਮਾਧੀ ਲਾਉਣੀ ਆ ਜਾਏ। ਪਾਠ ਕਰਨ ਦਾ ਕੀ ਹੈ? ਤਾਂ ਕਿ ਸੁਰਤ ਜੁੜਨੀ ਸ਼ੁਰੂ ਹੋ ਜਾਏ। ਕਥਾ ਸੁਣਨ ਦਾ ਅਰਥ ਕੀ ਹੈ? ਕਿ ਹੌਲੀ ਹੌਲੀ ਗਿਆਨ ਆ ਜਾਏ। ਤੇ ਜੇ ਆਪਾਂ ਉੱਥੇ ਦੇ ਉੱਥੇ ਹੀ ਖਲੋਤੇ ਰਹੇ ਤੇ ਫਿਰ ਕਿੱਥੇ ਪਹੁੰਚੇ? ਕਿਤੇ ਵੀ ਨਹੀਂ ਪਹੁੰਚੇ। ਹੁਣ ਤੁਸੀਂ ਵੇਖਿਆ ਹੀ ਹੈ ਵੀ ਸਾਰੇ ਸੇਵਾਦਾਰ ਹੱਥ ਜੋੜਦੇ ਤੁਰੇ ਫਿਰਦੇ ਨੇ ਵੀ ਮਾਸਕ ਲਾ ਲਓ ਜੀ। ਤਾਂ ਅਸੀਂ ਅੱਖ ਬਚਾਉਂਦੇ ਫਿਰਦੇ ਹਾਂ ਵੀ ਸੇਵਾਦਾਰ ਦਾ ਮੂੰਹ ਪਰਾਂ ਨੂੰ ਹੋਵੇ ਤੇ ਆਪਾਂ ਮਾਸਕ ਥੱਲੇ ਲਾ ਲਈਏ। ਆਪਾਂ ਨੂੰ ਇਦਾਂ ਲੱਗਦਾ ਵੀ ਮਾਸਕ ਦਾ ਤੇ ਗੁਆਂਢੀਆਂ ਨੂੰ ਫਾਇਦਾ, ਮੈਨੂੰ ਥੋੜ੍ਹਾ ਹੈ। ਜਦੋਂ ਕਿ ਮੈਂ ਫਿਰ ਬੇਨਤੀ ਕਰਾਂ, ਅਸੀਂ ਆਪਣੇ ਰਿਸ਼ਤੇਦਾਰ, ਆਪਣੇ ਭੈਣ ਭਰਾ, ਆਪਣੇ ਦੋਸਤ ਮਿੱਤਰ ਬੜੇ ਗਵਾਏ ਨੇ। ਹੁਣ ਤਾਂ ਸਮਝ ਆਈਏ ਆਪਾਂ। ਔਰ ਇਹਦੇ ਤੋਂ ਬਚਾਅ ਦਾ ਤਰੀਕਾ ਕੰਸਨਟ੍ਰੇਟਰ ਨਹੀਂ ਹੈ, ਆਕਸੀਜਨ ਸਿਲੰਡਰ ਨਹੀਂ ਹੈ। ਇਹਦੇ ਬਚਾਅ ਦਾ ਤਰੀਕਾ ਵੈਂਟੀਲੇਟਰ ਨਹੀਂ ਹੈ, ਸਿਰਫ ਮਾਸਕ ਹੈ। ਜਦੋਂ ਬਿਮਾਰੀ ਲੱਗ ਗਈ ਤੇ ਫਿਰ ਤੇ ਯਤਨ ਹੈ, ਜਿੱਥੋਂ ਤੱਕ ਮਰਜ਼ੀ ਵੈਂਟੀਲੇਟਰ ਤੱਕ ਵੀ ਚਲੇ ਜਾਓ, ਪਤਾ ਨਹੀਂ ਰੱਬ ਬਚਾਏਗਾ ਕਿ ਫਿਰ ਨਹੀਂ ਬਚਾਏਗਾ। ਬਿਮਾਰੀ ਤੋਂ ਬਚਣ ਦਾ ਇੱਕ ਮਾਤਰ ਤਰੀਕਾ ਹੈ ਮਾਸਕ ਲਾ ਕੇ ਰੱਖੋ, ਆਪਣੀ ਸੇਫਟੀ ਆਪ ਕਰੋ। ਔਰ ਤੁਸੀਂ ਵੇਖੋ ਜਿਹੜਾ ਨਹੀਂ ਲਾਉਂਦਾ ਉਹ ਵੀ ਕਹੀ ਜਾਂਦੇ ਸਰਕਾਰਾਂ ਕੁਝ ਨਹੀਂ ਕਰਦੀਆਂ। ਵੀ ਸਰਕਾਰਾਂ ਹੁਣ ਤੇਰੇ ਮੂੰਹ ਤੇ ਆ ਕੇ ਮਾਸਕ ਬੰਨਣ ਭਲਾ? ਜਿਹੜਾ ਇੰਨਾ ਕਰੋਨਾ ਵਧਿਆ ਸਰਕਾਰ ਨੇ ਨਹੀਂ ਵਧਾਇਆ, ਅਸੀਂ ਵਧਾਇਆ ਹੈ। ਅਸੀਂ ਪਰਵਾਹ ਹੀ ਨਹੀਂ ਕੀਤੀ। ਇਹ ਠੀਕ ਹੈ ਕਿ ਸਰਕਾਰ ਦੇ ਪ੍ਰਬੰਧ ਹੀ ਹੈ ਨਹੀਂ, ਸਰਕਾਰ ਦਾ ਦੋਸ਼ ਇਹ ਹੈ। ਸਰਕਾਰ ਕਹਿੰਦੀ ਆਟਾ ਫਰੀ ਲੈ ਲਓ, ਦਾਲ ਫਰੀ ਲੈ ਲਓ, ਬਿਜਲੀ ਫਰੀ ਲੈ ਲਓ, ਪਾਣੀ ਫਰੀ ਲੈ ਲਓ। ਅਸੀਂ ਕਿਹਾ ਦੇ ਦਿਓ।
ਪਰ ਜਦੋਂ ਅਸੀਂ ਬਿਮਾਰ ਹੋਏ ਉਦੋਂ ਸਾਨੂੰ ਜਮਣਾ 'ਚ ਸੁੱਟ ਦਿਓ ਜੀ। ਅੱਜ ਤੋਂ ਬਾਅਦ ਇੱਕ ਫੈਸਲਾ ਕਰ ਲਓ ਕਿ ਪਾਣੀ ਫ੍ਰੀ ਨਹੀਂ ਚਾਹੀਦਾ, ਬਿਜਲੀ ਆਟਾ ਦਾਲ ਫ੍ਰੀ ਨਹੀਂ ਚਾਹੀਦੀ, ਫ੍ਰੀ ਚਾਹੀਦੀ ਐਜੂਕੇਸ਼ਨ ਔਰ ਫ੍ਰੀ ਚਾਹੀਦੀ ਹੈ ਹੈਲਥ ਸਰਵਿਸਿਜ਼। ਸਾਨੂੰ ਮੈਡੀਕਲ ਸਹੂਲਤਾਂ ਦਿਓ, ਸਾਨੂੰ ਐਜੂਕੇਸ਼ਨ ਦਿਓ, ਸਾਨੂੰ ਆਹ ਚੀਜ਼ਾਂ ਫ੍ਰੀ ਨਾ ਦਿਓ। ਇਹ ਤਾਂ ਐਵੇਂ ਜਿਵੇਂ ਦੁਨੀਆ ਫੀਮ ਤੇ ਲਾ ਦਿੱਤੀ ਹੋਵੇ। 1000 ਰੁਪਈਆ ਬਿਜਲੀ ਦਾ ਬਚ ਗਿਆ ਜੀ, ਬੱਲੇ ਬੱਲੇ ਹੋ ਗਈ ਜੀ। ਜੀ ਨਹੀਂ ਬਚੇ ਸਾਡੇ, ਇਹਨਾਂ ਬਿਜਲੀ ਦਾ ਬਿੱਲ ਨਹੀਂ ਬਚਿਆ ਜਿੰਨਾ ਹਸਪੀਟਲ ਦਾ ਬਿੱਲ ਆਇਆ। ਸਾਨੂੰ ਸਟੈਂਡ ਕਰਨਾ ਚਾਹੀਦਾ, ਸਾਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਇਹ ਉਹ ਸਮਾਂ ਚਲਾ ਗਿਆ, ਅੱਜ ਜਨਤਾ ਜਨਾਰਦਨ ਹੈ। ਅੱਗੇ ਹੁੰਦਾ ਸੀ ਰਾਜੇ ਨੂੰ ਰੱਬ ਦਾ ਅਵਤਾਰ ਮੰਨਿਆ ਜਾਂਦਾ ਸੀ, ਅੱਜ ਕੋਈ ਰਾਜਾ ਰੱਬ ਦਾ ਅਵਤਾਰ ਨਹੀਂ ਹੈ। ਅੱਜ ਦੇ ਜਥਾ ਪਰਜਾ ਤਥਾ ਰਾਜਾ, ਅੱਗੇ ਹੁੰਦਾ ਸੀ ਜਥਾ ਰਾਜਾ ਤਥਾ ਪਰਜਾ। ਹੁਣ ਤੇ ਵੋਟਾਂ ਤੁਸੀਂ ਪਾਉਂਦੇ ਹੋ। ਆਪਾਂ ਆਪ ਪਹਿਲਾਂ ਸਿਆਣੇ ਹੋਈਏ। ਜਿੰਨਾ ਚਿਰ ਅਸੀਂ ਸਿਆਣੇ ਨਹੀਂ ਹੋਵਾਂਗੇ ਅਸੀਂ ਬਿਜਲੀ ਦੇ ਬਿੱਲ 'ਤੇ ਹੀ ਖੁਸ਼ ਹੋ ਜਾਣਾ। ਪਾਣੀ ਦਾ ਬਿੱਲ ਜੀ, ਬਿਜਲੀ ਦਾ ਬਿੱਲ ਜੀ। ਮੈਡੀਕਲ ਫੈਸਿਲਿਟੀ ਕਿੱਥੇ ਹੈ? ਐਜੂਕੇਸ਼ਨ ਕਿੱਥੇ ਹੈ? ਹੈ ਹੀ ਨਹੀਂ। ਜੇ ਐਜੂਕੇਸ਼ਨ ਇੱਥੇ ਹੁੰਦੀ ਤੇ ਬੱਚੇ ਬਾਹਰ ਜਾਂਦੇ। ਜੇ ਸਿਹਤ ਸਹੂਲਤਾਂ ਹੁੰਦੀਆਂ ਤੇ ਅੱਜ ਜਮਨਾ ਦੇ ਵਿੱਚ ਡੈੱਡ ਬੋਡੀਆਂ ਨਹੀਂ ਸੀ ਤਰਦੀਆਂ। ਅੱਜ ਜ਼ਰੂਰਤ ਹੈ ਪਹਿਲਾਂ ਅਸੀਂ ਆਪ ਸਿਆਣੇ ਹੋਈਏ, ਆਪ ਫੈਸਲਾ ਕਰੀਏ ਅਸੀਂ ਕਿੱਥੇ ਪਹੁੰਚੇ ਆ। ਇਹ ਜਿਹੜੀ ਕਥਾ ਆਪਾਂ ਸੁਣੀ ਹੈ ਇਹਦਾ ਅਰਥ ਹੈ ਕਿ ਏਡੇ ਏਡੇ ਵੱਡੇ ਬੰਦੇ ਵੀ ਜਿਹੜੇ ਸੀ ਉਹ ਸੱਚਖੰਡ ਤੱਕ ਨਹੀਂ ਪਹੁੰਚੇ, ਕਿਉਂਕਿ ਸੱਚਖੰਡ ਵਸੈ ਨਿਰੰਕਾਰ, ਉੱਥੇ ਰੱਬ ਰਹਿੰਦਾ ਹੈ। ਜਾਣਾ ਸੀ ਉੱਥੋਂ ਤੱਕ ਸੀ। ਹਾਂਜੀ। ਕਹੇ ਬਾਲਾ ਸ਼੍ਰੀ ਅੰਗਦ ਪਾਸੀ, ਰੁਚਿਰ ਕਥਾ ਸੁਣੀਏ ਸੁਖ ਰਾਸੀ। ਹੇ ਗੁਰੂ ਅੰਗਦ ਸਾਹਿਬ, ਇਹ ਜਿਹੜੀ ਸੁੱਖਾਂ ਦੀ ਰਾਸ ਦੀ ਕਥਾ ਹੈ ਅੱਗੇ ਸੁਣੋ, ਫਿਰ ਚੇਤਾ ਰੱਖਣਾ ਇਹ ਕਥਾ ਜਿਹੜੀ ਆਪਾਂ ਇੱਥੇ ਬਹਿ ਕੇ ਸੁਣ ਰਹੇ ਹਾਂ, ਇਹ ਕਥਾ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਬੈਠ ਕੇ ਆਪ ਸੁਣੀ ਸੀ। ਆਪ ਕਿਹਾ ਸੀ ਵੀ ਕੋਈ ਹੈ ਭਾਈ ਜਿਹੜਾ ਸਾਨੂੰ ਸਾਡੇ ਗੁਰੂ ਨਾਨਕ ਦੀ ਕਥਾ ਸੁਣਾਵੇ। ਹੁਣ ਆਪਾਂ ਸਾਰੇ ਕਹੀ ਜਾਂਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਮੰਨਦੇ ਹੋ, ਕੁਝ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਬਾਰੇ? ਤੁਸੀਂ ਨਹੀਂ, ਕੁਛ ਨਹੀਂ ਜਾਣਦੇ। ਇਸੇ ਕਰਕੇ ਕਹੀ ਜਾਂਦੇ ਨਹੀਂ ਜੀ ਸਾਰੇ ਧਰਮ ਇੱਕੋ ਹੀ ਨੇ ਜੀ, ਸਾਰੇ ਧਰਮ ਗ੍ਰੰਥ ਇੱਕੋ ਹੀ ਨੇ ਜੀ, ਸਾਰੇ ਧਰਮ ਗੁਰੂ ਇੱਕੋ ਹੀ ਜੇ ਨੇ, ਇੱਕੋ ਹੀ ਨੇ ਜੀ। ਇਹ ਗੱਲ ਆਸਾਰਾਮ ਵੀ ਕਹਿੰਦਾ ਸੀ। ਉਹ ਜਦੋਂ ਤਿਹਾੜ ਜੇਲ੍ਹ ਦੇ ਉੱਤੇ ਹੈਲੀਕਾਪਟਰ ਉਡਾਉਂਦਾ ਹੈ ਨਾ, ਉਹ ਵੀ ਕਹਿੰਦਾ ਸੀ, ਕਹਿੰਦਾ ਬਾਬਾ ਨਾਨਕ ਵੀ ਜੇਲ੍ਹ ਗਏ ਸੀ ਪਰ ਬਾਬਾ ਨਾਨਕ ਤੇਰੇ ਵਰਗੇ ਗੰਦੇ ਕੰਮ ਨਹੀਂ ਸੀ ਕਰਦਾ। ਇਸ ਕਰਕੇ ਧਿਆਨ ਰੱਖੋ ਸਾਰੇ ਗੁਰੂ ਇੱਕੋ ਜਿਹੇ ਨਹੀਂ। ਗੁਰੂ ਨਾਨਕ ਸਭ ਤੋਂ ਵੱਡਾ ਸਤਿਗੁਰੂ ਹੈ। ਇਹ ਅਗਿਆਨਤਾ ਹੈ ਕਿ ਜਦੋਂ ਆਪਾਂ ਸਾਰਾ ਕੁਝ ਬਰਾਬਰ ਕਰੀ ਜਾਂਦੇ ਆ। ਕਦੇ ਦੁਨੀਆ 'ਚ ਬਰਾਬਰ ਵੀ ਹੋਇਆ? ਨਹੀਂ। ਰੱਬ ਨੇ ਦੁਨੀਆ 'ਚ ਬਰਾਬਰਤਾ ਕਿਤੇ ਨਹੀਂ ਪੈਦਾ ਕੀਤੀ। ਇੱਕ ਮੁਲਕ ਵਰਗਾ ਦੂਜਾ ਮੁਲਕ ਨਹੀਂ ਹੈ। ਨਹੀਂ ਤਾਂ ਵੇਖ ਲੈਣਾ, ਇੱਕ ਚੀਜ਼ ਵਰਗੀ ਰੱਬ ਨੇ ਦੂਜੀ ਚੀਜ਼ ਪੈਦਾ ਹੀ ਨਹੀਂ ਕੀਤੀ। ਇੱਕ ਬੰਦੇ ਵਰਗਾ ਦੂਜਾ ਬੰਦਾ ਰੱਬ ਨੇ ਪੈਦਾ ਨਹੀਂ ਕੀਤਾ। ਨਹੀਂ ਤੇ ਇਹ ਜਿਹੜੀਆਂ ਅੱਜ ਚੀਜ਼ਾਂ ਸਾਡੇ ਸਾਹਮਣੇ ਆਈਆਂ ਨੇ ਕਿ ਤੁਹਾਡੇ ਫਿੰਗਰਪ੍ਰਿੰਟ ਨੇ, ਫਿਰ ਤੁਹਾਡਾ DNA ਟੈਸਟ ਹੈ, ਉੱਥੋਂ ਪਤਾ ਲੱਗ ਜਾਂਦਾ ਹੈ। ਕਿਸੇ ਦਾ ਕਿਸੇ ਨਾਲ ਨਹੀਂ ਮਿਲਦਾ। ਤੁਹਾਡੇ ਫਿੰਗਰਪ੍ਰਿੰਟ ਕਿਸੇ ਦੇ ਕਿਸੇ ਨਾਲ ਨਹੀਂ ਮਿਲਦੇ, ਤੁਹਾਡੀਆਂ ਅੱਖਾਂ ਕਿਸੇ ਨਾਲ ਨਹੀਂ ਮਿਲਦੀਆਂ। ਦੇਖੋ ਜਦੋਂ ਮੈਨੂਅਲ ਸੀ ਨਾ ਉਦੋਂ ਆਪਾਂ ਕਹਿ ਸਕਦੇ ਸਾਂ, ਪਰ ਹੁਣ ਤੇ ਕੰਪਿਊਟਰਾਈਜ਼ ਹੈ। ਜਿਹੜੀ ਫੋਟੋ ਤੁਹਾਡੀ ਦਿੱਲੀ ਏਅਰਪੋਰਟ ਤੇ ਖਿੱਚੀ, ਜਦੋਂ ਜਾ ਕੇ ਅਮਰੀਕਾ ਖਿੱਚਦੇ ਨੇ ਉਹ ਅੱਖਾਂ ਉਹੀ ਰਹਿੰਦੀਆਂ ਨੇ।
ਦੁਨੀਆ 'ਚ ਕਿਸੇ ਦੀਆਂ ਵੀ ਇਦਾਂ ਹੋਣਗੀਆਂ। ਇੱਥੋਂ ਤੱਕ ਹੀ ਚੇਤਾ ਰੱਖਣਾ, ਤੁਹਾਡੀ ਆਵਾਜ਼ ਵੀ ਕਿਸੇ ਨਾਲ ਨਹੀਂ ਮਿਲਦੀ, ਆਵਾਜ਼ ਵੀ ਸੈਂਸਰ ਹੋ ਜਾਂਦੀ ਹੈ। ਅਗਰ ਇੱਕ ਵਾਰੀ ਸੈਂਸਰ ਕਰ ਲਈ ਜਾਏ, ਤੁਸੀਂ ਦੁਨੀਆ 'ਚ ਕਿਤੇ ਵੀ ਬੋਲੋਗੇ ਫੜੇ ਜਾਓਗੇ। ਅਗਰ ਮੇਰੀ ਗੱਲ ਨੂੰ ਜਸਟੀਫਾਈ ਕਰਨਾ ਹੋਵੇ ਤਾਂ ਲਦੇਣ ਦੀ ਕਥਾ ਸੁਣ ਲੈਣਾ ਕਿ ਉਹ ਅਮਰੀਕਾ ਵਰਗੇ ਮੁਲਕ ਤੋਂ ਕਿਉਂ ਨਹੀਂ ਫੜਿਆ ਗਿਆ। ਕਹਿੰਦੇ ਉਹ ਫੋਨ ਹੀ ਨਹੀਂ ਸੀ ਯੂਜ਼ ਕਰਦਾ, ਇਸ ਕਰਕੇ ਟਰੇਸ ਹੀ ਨਹੀਂ ਸੀ ਹੁੰਦਾ ਵੀ ਕਿੱਥੇ ਕਿੱਥੋਂ ਬੋਲਦਾ। ਉਹ ਹਮੇਸ਼ਾ ਰਿਕਾਰਡਿੰਗ ਕਰਕੇ ਭੇਜਦਾ ਸੀ, ਕਦੇ ਟੈਲੀਫੋਨ ਤੇ ਸਿੱਧੀ ਗੱਲ ਨਹੀਂ ਸੀ ਕਰਦਾ, ਆਪਣੀ ਰਿਕਾਰਡਿੰਗ ਕਰਦਾ ਸੀ, ਉਹ ਕੈਸਟ ਭੇਜ ਦਿੰਦਾ ਸੀ, ਉਹਦੀ ਰਿਕਾਰਡਿੰਗ ਚੱਲਦੀ ਸੀ। ਤੁਹਾਡੀ ਆਵਾਜ਼ ਨਹੀਂ ਮਿਲਦੀ, ਤੁਹਾਡੇ ਫਿੰਗਰਪ੍ਰਿੰਟ ਨਹੀਂ ਮਿਲਦੇ, ਤੁਹਾਡੀਆਂ ਅੱਖਾਂ ਨਹੀਂ ਮਿਲਦੀਆਂ। ਪਰਮਾਤਮਾ ਨੇ ਇੱਕ ਵਰਗਾ ਦੂਜਾ ਪੈਦਾ ਹੀ ਨਹੀਂ ਕੀਤਾ। ਇਹ ਸਾਰਿਆਂ ਤੋਂ ਵੱਡਾ ਸਤਿਗੁਰੂ ਗੁਰੂ ਨਾਨਕ ਹੈ। ਗੁਰੂ ਅੰਗਦ ਸਾਹਿਬ ਕਹਿੰਦੇ, ਭਾਈ ਮੈਨੂੰ ਮੇਰੇ ਗੁਰੂ ਦੀ ਕਥਾ ਸੁਣਾਓ। ਤਾਂ ਇੱਥੋਂ ਹੀ ਅੱਜ ਦੀ ਕਥਾ ਆਰੰਭ ਹੈ ਕਿ ਰੁਚਰ ਕਥਾ ਸੁਣੀਏ ਸੁਖ ਰਾਸੀ। हे ਸੱਚੇ ਪਾਤਸ਼ਾਹ, ਸੁੱਖਾਂ ਦੀ ਰਾਸ ਗੁਰੂ ਨਾਨਕ ਦੀ ਕਥਾ ਆਪ ਜੀ ਸੁਣੋ। ਹਾਂਜੀ। ਸ਼੍ਰੀ ਗੁਰ ਸਹੁ ਬੋਲਿਓ ਮਰਦਾਨਾ, ਸਭ ਹੀ ਦੀਪ ਦਿਖਾਇਓ ਮਹਾਨਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਸਾਰੇ ਦੀਪ ਹੀ ਵਿਖਾ ਦਿਓ, ਟਾਪੂ ਹੀ ਵਿਖਾ ਦਿਓ, ਜਿੰਨੇ ਜਖੀਰੇ ਨੇ ਧਰਤੀ ਦੇ ਉਹਨਾਂ ਦੀ ਯਾਤਰਾ ਹੀ ਕਰਾ ਦਿਓ। ਹਾਂਜੀ। ਇਹ ਲਾਲਸ ਮੇਰੇ ਮਨ ਮਾਹੀ, ਦੇਖੋ ਸਪਤ ਦੀਪ ਜੋ ਆਹੀ। ਆਖਿਆ ਸਤਿਗੁਰੂ ਮੇਰੇ ਅੰਦਰ ਇਹ ਲਾਲਸਾ ਹੈ ਕਿ ਉਹ ਜਿਹੜੇ 7 ਦੀਪ ਨੇ ਉਹ ਵੇਖੇ ਜਾਣ, ਉਹਨਾਂ ਦੀ ਸੈਰ ਕੀਤੀ ਜਾਏ। ਹਾਂਜੀ। ਸਰਬ ਪ੍ਰਕਾਰ ਸਮਰੱਥ ਸੁਆਮੀ, ਜਹ ਚਾਹੋ ਤੈ ਕੇ ਤੁਮ ਗਾਮੀ। ਆਖਿਆ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਤੁਹਾਡੇ ਤੇ ਕੋਈ ਬੰਦਸ਼ ਨਹੀਂ ਹੈ, ਤੁਸੀਂ ਜਿੱਥੇ ਚਾਹੋ ਉੱਥੇ ਜਾ ਸਕਦੇ ਹੋ। ਤੁਹਾਡੇ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਅਸੰਭਵ ਨਹੀਂ, ਨਾਮੁਮਕਿਨ ਨਹੀਂ ਹੈ ਕਿ ਆਪਾਂ ਕਹੀਏ ਜੀ ਹੋ ਹੀ ਨਹੀਂ ਸਕਦਾ। ਸੱਚੇ ਪਾਤਸ਼ਾਹ ਤੁਸੀਂ ਸਾਰੀਆਂ ਥਾਵਾਂ ਤੇ ਜਾ ਸਕਦੇ ਹੋ। ਹਾਂਜੀ। ਸੁਣ ਕਹਿ ਬੋਲੇ ਕਿਰਪਾ ਨਿਧਾਨਾ, ਉਤਮ ਜੰਬੂ ਦੀਪ ਮਹਾਨਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਜਿਹੜਾ ਸਭ ਤੋਂ ਉੱਤਮ ਦੀਪ ਹੈ, ਟਾਪੂ ਹੈ, ਉਹ ਜੰਬੂ ਹੈ। ਹਾਂਜੀ। ਲੱਖ ਜੋ ਜਨ ਇਸ ਕੋ ਬਿਸਤਾਰੂ, ਸਭ ਦੀਪਣ ਕੇ ਲਖੋਂ ਮਜਾਰੂ। ਇਹ ਲੱਖ ਯੋਜਨ ਇਹਦਾ ਵਿਸਥਾਰ ਹੈ ਤੇ ਇਹ ਸਾਰੇ ਦੀਪਾਂ ਦੇ ਵਿਚਕਾਰ ਹੈ। ਹਾਂਜੀ। ਇਹ ਕੇ ਬੀਚ ਮੇਰ ਗਿਰ ਛਾਜੈ, ਕਮਲ ਬਿਖੈ ਜਿਉ ਕੋਸ ਬਿਰਾਜੈ। ਇਹ ਜਿਹੜਾ ਸਮੇਰ ਪਰਬਤ ਹੈ, ਜਿਵੇਂ ਆਪਾਂ ਗਿਣਦੇ ਆਂ ਵੀ ਇਹ ਹਿੰਦੁਸਤਾਨ ਵਿੱਚ ਵੀ ਹੈ, ਇਸੇ ਤਰ੍ਹਾਂ ਇਹ ਮੰਨਿਆ ਕਿ ਇਸ ਦੀਪ ਦੇ ਵਿੱਚ ਵੀ ਹੈ। ਇਵੇਂ ਹੈ ਜਿਵੇਂ ਕਮਲ ਫੁੱਲ ਦੇ ਵਿੱਚ ਉਹ ਡੋਡੀ ਹੈ, ਜਿਹਨੂੰ ਕਵੀ ਜੀ ਨੇ ਕੋਸ਼ ਲਿਖਿਆ ਹੈ। ਜਿਹੜਾ ਕਮਲ ਫੁੱਲ ਅਗਰ ਤੁਸੀਂ ਵੇਖਿਆ ਹੋਏਗਾ ਨਾ, ਉਹਦੇ ਆਲੇ ਦੁਆਲੇ ਚੌੜੇ ਚੌੜੇ ਪੱਤੇ ਹੁੰਦੇ ਨੇ, ਵਿਚਕਾਰ ਇੱਕ ਡੋਡੀ ਜੀ ਹੁੰਦੀ ਹੈ, ਉਹਨੂੰ ਕੋਸ਼ ਆਖਿਆ ਹੈ। ਹਾਂਜੀ। ਜੋ ਜਨ ਲਾਖ ਜਾਣਿਐ ਮੇਰੂ, ਕਛ ਛਿਤ ਮਹਿ ਕਛ ਊਪਰ ਹੇਰੂ। ਜਿਹੜਾ ਸਮੇਰ ਪਰਬਤ ਹੈ, ਕੁਝ ਧਰਤੀ ਤੇ ਹੈ, ਕੁਝ ਸਮੁੰਦਰ ਵਿੱਚ ਹੈ, ਬਹੁਤ ਲੰਬਾ ਸਮੇਰ ਪਰਬਤ ਹੈ। ਹਾਂਜੀ। ਧਰ ਜਾਮਨ ਤੇ ਜੰਬੂ ਗਾਏ, ਹੈ ਨਵ ਖੰਡ ਜੋ ਤੁਝੈ ਦਿਖਾਏ। ਜਿਹੜਾ ਬ੍ਰਿਕਸ਼ ਜਾਮਨ ਹੈ, ਉਹਦੇ ਤੋਂ ਜੰਬੂ ਕਰਕੇ ਇਹ ਨਾਂ ਜਿਹੜਾ ਹੈ ਇਹ ਪ੍ਰਗਟ ਹੋਇਆ। ਜਾਮਨ ਤੋਂ ਨਵਖੰਡ ਜੋ ਤੁਝੇ ਦਿਖਾਏ, ਜਿਹੜੇ ਮਰਦਾਨਿਆਂ ਤੇ ਪਹਿਲਾਂ ਤੂੰ 9 ਖੰਡ ਵੇਖੇ ਨੇ। ਹਾਂਜੀ। ਤਿੰਨ ਮਹਿ ਭਾਰਤ ਖੰਡ ਹੈ ਜੋ, ਧਰਾ ਬੀਚ ਕੀ ਜਾਨੋ ਸੋ। ਇਹਦੇ ਵਿੱਚ ਜਿਹੜਾ ਭਾਰਤ ਖੰਡ ਹੈ, ਇਹ ਇਸ ਧਰਤੀ ਦੇ ਬਿਲਕੁਲ ਵਿਚਕਾਰ ਦੀ ਜਗ੍ਹਾ ਹੈ, ਉਹਨਾਂ 7 ਦੀਪਾਂ ਦੇ ਵਿੱਚੋਂ। ਹਾਂਜੀ। ਪੁੰਨ ਜਗ ਤਪ ਕਰ ਬੜੇ,
ਭਰਤ ਖੰਡ ਕੇ ਥਾਨ। ਇੱਥੇ ਲੋਕਾਂ ਨੇ ਬੜੇ ਬੜੇ ਵੱਡੇ ਪੁੰਨ ਕੀਤੇ ਨੇ, ਜਗ ਕੀਤੇ ਨੇ, ਤਪ ਕੀਤੇ ਨੇ। ਹਾਂਜੀ, ਦੀਪ ਖੰਡ ਅਨ ਜਾਏ ਸੋ ਭੋਗੈ ਭੋਗ ਮਹਾਨ। ਇੱਥੋਂ ਜਿਨ੍ਹਾਂ ਲੋਕਾਂ ਨੇ ਤਪ ਕੀਤੇ ਉਹ ਫਿਰ ਅੱਗੇ ਦੀਪ ਖੰਡ ਵਿੱਚ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਉਹਦੇ ਸੁੱਖ ਭੋਗੇ ਨੇ। ਕਿਉਂਕਿ ਅੱਜ ਵੀ ਜਿਹੜੀ ਭਗਤੀ ਹੈ, ਪਾਠ ਹੈ, ਮਤਲਬ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਆਪਾਂ ਜਿੰਨੇ ਵੀ ਹੁਣ ਇੱਥੇ ਗੁਰਦੁਆਰੇ ਬੈਠੇ ਆ ਜਾਂ ਟੀਵੀ ਦੇ ਮਾਧਿਅਮ ਤੋਂ ਘਰਾਂ ਵਿੱਚ ਬੈਠੇ ਆ, ਸੁਣ ਰਹੇ ਆ, ਆਪਾਂ ਜ਼ਰੂਰ ਧਿਆਨ ਰੱਖਣਾ ਕਿ ਕਿਤੇ ਨਾ ਕਿਤੇ ਅਸੀਂ ਇੱਕ ਗੱਲ ਮੰਨੀ ਹੋਈ ਹੈ ਕਿ ਭਗਤੀ ਕਰਾਂਗੇ ਤੇ ਸੁੱਖ ਫਲ ਮਿਲਣਗੇ। ਦੇਖੋ, ਮੁਕਤੀ ਕਰਕੇ ਭਗਤੀ ਕੋਈ ਨਹੀਂ ਜੇ ਕਰਦਾ। ਸਾਡੇ 'ਚ ਬੜੇ ਲੋਕ ਨੇ ਜਿਹੜੇ ਅਜੇ ਖੁਦ ਆਪ ਹੀ ਤਿਆਰ ਨਹੀਂ ਹੋਏਗੇ ਮੁਕਤ ਹੋਣ ਵਾਸਤੇ। ਉਹ ਕਹਿੰਦੇ ਵੀ ਜੇ ਮੁਕਤੀ ਹੋ ਜਾਣਾ ਹੈ ਤੇ ਆਹ ਜਿਹੜਾ ਰੱਬ ਨੇ ਬਣਾਇਆ ਸਾਰਾ ਕੁਝ ਖਾਣ ਪੀਣ ਵਾਲਾ, ਮौज ਮਸਤੀ ਵਾਲਾ, ਫਿਰ ਇਹ ਕੌਣ ਵਰਤੇਗਾ, ਇਹ ਕੌਣ ਖਾਏਗਾ, ਇਹ ਕੌਣ ਪੁੰਚੇਗਾ। ਸਾਡੇ 'ਚ ਬੜੇ ਲੋਕ ਨੇ, ਤੁਸੀਂ ਉਹਨਾਂ ਨੂੰ ਕਹੋ ਨਾ ਵੀ ਭਾਜੀ ਤੁਸੀਂ ਆ ਕੰਮ ਗਲਤ ਹੈ, ਨਾ ਕਰਿਆ ਕਰੋ, ਆਹ ਗਲਤ ਹੈ, ਨਾ ਕਰਿਆ ਕਰੋ, ਆਹ ਗਲਤ ਹੈ, ਨਾ ਕਰਿਆ ਕਰੋ। ਉਹ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਕਹਿਣਗੇ। ਉਹ ਕਹਿਣਗੇ ਭਾਈ ਸਾਹਿਬ ਇਹ ਗੱਲਾਂ ਤੁਸੀਂ ਆਪਣੀਆਂ ਆਪਣੇ ਕੋਲ ਰੱਖੋ, ਕੋਈ ਨਹੀਂ, ਜਿੱਥੇ ਇੰਨੀ ਦੁਨੀਆ ਨਰਕਾਂ ਨੂੰ ਜਾਏਗੀ ਆਪਾਂ ਵੀ ਚੱਲ ਜਾਂਗੇ। ਵੀ ਜਿੱਥੇ ਇੰਨੀ ਦੁਨੀਆ ਨਰਕਾਂ 'ਚ ਜਾਏਗੀ ਆਪਾਂ ਵੀ ਚੱਲ ਜਾਂਗੇ। ਬੜੇ ਸਾਰੇ ਲੋਕ ਇੱਥੇ ਅੱਜ ਵੀ ਇੱਥੇ ਸਟੈਂਡ ਕਰਦੇ ਨੇ। ਉਹ ਕਹਿੰਦੇ ਨੇ ਵੀ ਨਹੀਂ, ਭਾਈਚਾਰੇ ਨਾਲ ਹੀ ਰਹਿਣਾ ਚਾਹੀਦਾ ਹੈ, ਨਰਕਾਂ 'ਚ ਰਹਿਣ 'ਚ ਵੀ ਕੀ ਹਰਜ ਹੈ, ਘੱਟੋ ਘੱਟ ਸਾਰੇ ਆਪਣੇ ਤਾਂ ਹੋਣਗੇ ਨਾ। ਹਾਂਜੀ, ਤੇਰੋ ਕਹਿਓ ਨਾ ਮੋਰੋ ਕੈਸੇ, ਚਲੋ ਦਿਖਾਵੋ ਹੈ ਉਹ ਜੈਸੇ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਭਾਰਤ ਖੰਡ ਵਿੱਚ ਜਗ ਕੀਤੇ, ਪੁੰਨ ਕੀਤੇ, ਤਪ ਕੀਤੇ, ਉਹ ਵੀ ਰੱਬ ਕੋਲ ਨਹੀਂ ਗਏ, ਉਹ ਦੀਪ ਖੰਡ ਵਿੱਚ ਜਾ ਕੇ ਮौज ਮਸਤੀ ਕਰਦੇ ਨੇ। ਅੱਜ ਵੀ ਤੁਸੀਂ ਵੇਖੋ, ਹਿੰਦੂ ਧਰਮ ਦੀ ਗੱਲ ਕਰੀਏ, ਉਹ ਕਹਿੰਦੇ ਜੀ ਸਵਰਗ ਮਿਲੇਗਾ। ਸਵਰਗ ਦਾ ਮਤਲਬ ਕਹਿੰਦੇ ਜੀ ਉੱਥੇ ਬਾਗ ਹੋਏਗਾ, ਫਿਰ ਕਹਿੰਦੇ ਉੱਥੇ ਫਲ ਬੜੇ ਵਧੀਆ ਹੋਣਗੇ, ਉੱਥੇ ਵੈਦਰ ਬੜਾ ਅੱਛਾ ਹੋਏਗਾ, ਉੱਥੇ ਮਕਾਨ ਬੜੇ ਵਧੀਆ ਹੋਣਗੇ, ਜਿਵੇਂ ਨਹੀਂ ਹੁੰਦੀ ਬੜੀ ਵਧੀਆ ਪੌਸ਼ ਕਲੋਨੀ ਹੋਏਗੀ, ਉੱਥੇ ਪਰੀਆਂ ਹੋਣਗੀਆਂ। ਜਿਹਦੀ ਇੱਥੇ ਅੰਗੇਜਮੈਂਟ ਨਹੀਂ ਹੋਈ ਉਹ ਵੀ ਆਸ ਕਰਕੇ ਬੈਠਾ ਹੈ ਵੀ ਅੱਗੇ ਚੱਲ ਕੇ ਪਰੀਆਂ ਹੋਣਗੀਆਂ। ਇਹੀ ਹਾਲ ਮੁਸਲਮਾਨਾਂ ਦਾ ਹੈ। ਉਹ ਵੀ ਕਹਿੰਦੇ ਜੀ ਅੱਗੇ ਜੰਨਤ ਹੋਏਗੀ, ਅੰਗੂਰਾਂ ਦੀ ਸ਼ਰਾਬ ਹੋਏਗੀ। ਜਿਹਨੂੰ ਇੱਥੇ ਦੁੱਧ ਸੋਡਾ ਨਹੀਂ ਮਿਲਿਆ ਉਹ ਅੰਗੂਰਾਂ ਦੀ ਸ਼ਰਾਬ ਲੱਭਦਾ ਫਿਰਦਾ ਵੀ ਅੱਗੇ ਚੱਲ ਕੇ ਪੀਆਂਗੇ। ਜਿਹੜੇ ਮੁਸਲਮਾਨ ਦਾ ਇੱਥੇ ਵਿਆਹ ਨਹੀਂ ਹੋਇਆ ਉਹ ਕਹਿੰਦਾ ਜੀ ਅੱਗੇ ਹੂਰਾਂ ਮਿਲਣਗੀਆਂ। ਹੁਣ ਪਰੀਆਂ ਹਿੰਦੂ ਧਰਮ ਵਿੱਚ ਨੇ, ਹੂਰਾਂ ਇਹ ਮੁਸਲਮਾਨ ਧਰਮ ਦੇ ਵਿੱਚ ਨੇ। ਮਤਲਬ ਬੰਦੇ ਨੂੰ ਸਮਝਾਇਆ ਹੀ ਇਹ ਜਾਂਦਾ ਵੀ ਤੂੰ ਨਮਾਜ਼ ਪੜ੍ਹ, ਤੂੰ ਰੋਜ਼ੇ ਰੱਖ, ਕੋਈ ਨਹੀਂ, ਔਖਾ ਸੌਖਾ ਟਾਈਮ ਪਾਸ ਕਰ, ਅੱਗੇ ਤੈਨੂੰ ਹੂਰਾਂ ਮਿਲਣਗੀਆਂ, ਅੰਗੂਰਾਂ ਦੀ ਸ਼ਰਾਬ ਮਿਲੇਗੀ, ਬੜੇ ਸੁੰਦਰ ਜੰਨਤ, ਬੜੀ ਇੱਕ ਅਮੀਰਾਂ ਦੀ ਕਲੋਨੀ ਹੋਏਗੀ, ਖੁੱਲੀਆਂ ਸੜਕਾਂ ਹੋਣਗੀਆਂ। ਬਸ ਲਾਲਚ ਜਿਹਾ ਇੱਕ ਬਣਾ ਕੇ ਤੇ ਧਰਮ ਦਿੱਤਾ ਗਿਆ ਹੈ। ਸਵਰਗ ਦਾ ਵੀ ਇਹੀ ਨਕਸ਼ਾ ਹੈ, ਜੰਨਤ ਦਾ ਵੀ ਇਹੀ ਨਕਸ਼ਾ ਹੈ। ਫਰਕ ਇਹਨਾਂ ਵੀ ਹਿੰਦੂ ਸਵਰਗ ਕਹਿੰਦੇ ਨੇ, ਮੁਸਲਮਾਨਾਂ ਨੂੰ ਜੰਨਤ ਕਹਿੰਦੇ ਨੇ। ਜੰਨਤ ਕਹਿ ਦੋ, ਬਹਿਸ਼ਤ ਕਹਿ ਦੋ, ਸਵਰਗ ਕਹਿ ਦੋ, ਕੀ ਅਰਥ ਹੈ? ਬਸ ਇਹੀ ਅਰਥ ਹੈ ਵੀ ਜਿੱਥੇ ਬਹੁਤ ਫੈਸਿਲਿਟੀ ਹੋਏਗੀ, ਬੜੀ ਮौज ਮਸਤੀ ਹੋਏਗੀ, ਕੋਈ ਤੁਹਾਨੂੰ ਰੋਕੇਗਾ ਹੀ ਨਹੀਂ, ਜੋ ਮਰਜ਼ੀ ਕਰਿਓ ਤੁਸੀਂ। ਸਾਰੀ ਪਾਠ ਪੂਜਾ ਇਸ ਕਰਕੇ ਹੋ ਰਹੀ ਹੈ। ਤੇ ਜੇ ਕਿਹਾ ਜਾਵੇ ਵੀ ਤੂੰ ਪਾਠ ਪੂਜਾ ਕਰ ਤੇ ਤੇਰੀਆਂ ਤਾਂ ਇੱਛਾ ਹੀ ਖਤਮ ਹੋ ਜਾਣਗੀਆਂ, ਤੇ ਉਹ ਕਹਿੰਦਾ ਫਿਰ ਲੋੜ ਕੀ ਹੈ, ਫਿਰ ਕੀ ਲੋੜ ਹੈ। ਅਸੀਂ ਪਾਠ ਪੂਜਾ ਇਸ ਕਰਕੇ ਕਰਦੇ ਵੀ ਬਹੁਤ ਮਾਲ ਮਤਾ ਇਕੱਠਾ ਹੋਣਾ ਚਾਹੀਦਾ ਹੈ। ਤੇ ਜੇ ਪਾਠ ਪੂਜਾ ਕਰਕੇ ਹਾਲਾਤ ਇਹ ਬਣ ਜਾਣ ਕਿ ਬੰਦਾ ਕਵੇ ਵੀ ਇਹ ਮਾਲ ਮਤਾ ਮੈਂ ਕਰਨਾ ਕੀ ਹੈ,
तो फिर पाठ पूजा तो समझते नहीं भी अर्थ की होया। मैं फिर बेनती करा, असी की कहने आ, इस बंदे ते रब की बड़ी किरपा है। पुछो भी तैनू किदा नज़र आ गई बई? वो कहता जी ये घर च माल बड़ा है, वो भावें किसी होर दा ही होवे। असी रब की किरपा नूं इहदे नाल ही तोलिया है। जिहदे कोले जिन्नी दौलत है इन्नी रब की बहुती किरपा है। जिहदे कोले घट है समझदे इहदे ते रब की किरपा है ही नहीं ना। असी भुलेखे विच आ। गुर किरपा जेह नर को कीनी, तेह ए जुगत पछानी। की जो नर दुख में दुख नहीं मानै, सुख स्नेह अर भै नहीं जाकै, कंचन माटी मानै। गुरु की किरपा के अर्थ ये ने। हाँ जी। तेरो कहो न मोरो कैसे, चलो दिखावो है ओह जैसे। हुण ये कथा मैनू इदा लगता भी अज सारे कहणगे भी ये तो कोई कथा ना होई बई, पर सच यही है कि भारत खंड विच बह के तप करो तो दीप खंड विच जाके मौज मस्ती करो, बस इन्ना ही धर्म कर्म है। जदों कि सच ये नहीं सी। सच ये सीगा कि भारत खंड विच बैठ के भगती करनी सी, सिमरन करना सी ते जीवन मुक्ति प्राप्त करनी सी, और मरण तो बाद नहीं, जिउंदे जी। जदों तुहानूं कोई एक कथा सुनाउंदा है ना कि भाई मती दास नूं चीरिया गया तो जपजी साहब का पाठ करदा सी। मैं कहना लियाओ कोई बंदा, मैं उहदी उंगल चीरदा, उन्होंने कहो भी एक बारी वाहिगुरू कह के विखा देवे। मावां भैणां दी एडियां एडियां गालां कढेगा अगों भी तू मेरी उंगल वढ़ती। ये जीवन मुक्त सिख सन। आरा चल रहा है तो जपजी साहब का पाठ भी चल रहा है। भाई मनी सिंह नूं कहा गया कि इहदा बंद बंद कट दिओ, तो जलाद ने की किया? जलाद ने पहला गुट कटिया, इथों हाथ कटता। भाई मनी सिंह ने कहा भी ये की किया? उन्हें सोचा भी जिथे जिथे ज्वाइंट है उथों उथों कट देना। उन्हें कहा ना, तू अपने मालक का हुक्म मन, तू मैनू बंद बंद कट। ये जीवन मुक्त सिख सन। दुख है, दुखी नहीं है कि टोके नाल कोई तुहानूं इंच इंच करके कटे और तुसीं कहो जी मैनू पीड़ ही नहीं हो रही। ऐसा हो सकता है? हाँ भाई, गुरु नौवें पातशाह कहते हैं हो सकता है कि जो नर दुख में दुख नहीं मानै, सुख स्नेह अर भै नहीं जाकै, कंचन माटी मानै। मरदानिया दुनिया इत्थे रुकी है। भरत खंड विच भगती करते हैं, दीप खंड विच जाके मौज मस्ती करते हैं। रही गल सत्त दीपां दे वेखण दी, चल मरदानिया चल तेनू दर्शन कराउने आ। हाँ जी। अस कह श्री गुर चले अगारी, इस समुंदर के पहुँचे पारी। इयों कह के सतगुरु अगे चले, समुंदर नू पार कीता। हाँ जी। लख जो जन को थो बिसथारा, पार गए नह लागी वारा। लखां जोजन पद सी जिहड़ा सतगुरु जी ने उलंघे है। हाँ जी। पलख दीप मह बैठे जाए, तर पिखलन के नाम सदाए। ਇਹਦਾ ਨਾਂ ਪਲਕਸ਼ ਹੈ, ਦੀਪ ਦਾ ਨਾਂ, ਟਾਪੂ ਦਾ ਨਾਂ। ਜਿੱਥੇ ਸਤਿਗੁਰੂ ਪਹੁੰਚਦੇ ਨੇ ਔਰ ਇਹ ਵੀ ਮੰਨਿਆ ਜਾਂਦਾ ਵੀ ਉੱਥੋਂ ਸਰਸਵਤੀ ਜਿਹੜੀ ਉਹ ਨਿਕਲਦੀ ਹੈ। ਵੱਖਰੀਆਂ ਵੱਖਰੀਆਂ ਨਦੀਆਂ ਮੰਨੀਆਂ ਗਈਆਂ ਸਨਾਤਨ ਮਤ ਦੇ ਵਿੱਚ। ਗੰਗਾ ਕਿਤੇੋਂ ਨਿਕਲੀ, शिव जी दियां जटावां चों निकली। जमुना जिहड़ी इहनूं सूरज की धी मन्निया जाता है। तो सतगुरु जी पहुंचे ने पलकश दीप। जदों सतगुरु इत्थे पहुंचे ने
ਪਲਖ ਦੀਪ ਮੈਂ ਬੈਠੇ ਜਾਏ, ਤਰ ਪਿਲਖਣ ਤੇ ਨਾਮ ਸਦਾਏ। ਇੱਥੇ ਜਿਹੜੇ ਦਰਖਤ ਸਨ ਉਹਨਾਂ ਦੇ ਵਿੱਚ ਪੀਲੂ ਨੇ, ਅੰਜੀਰਾਂ ਨੇ, ਇਦਾਂ ਦੇ ਉੱਥੇ ਦਰਖਤ ਸਨ, ਉੱਥੇ ਬ੍ਰਿਕਸ਼ ਸਨ ਉਸ ਦੀਪ ਤੇ, ਉਸ ਧਰਤੀ ਤੇ। ਹਾਂਜੀ। ਅਦਕ ਨਰਨ ਕੋ ਰੁਚਿਰ ਸਰੂਪਾ, ਸੁਖ ਭੋਗੈ ਨਿਜ ਮਨ ਅਨਰੂਪਾ। ਲੋਕ ਸੁੰਦਰ ਬਹੁਤ ਸਨ, ਉਹਨਾਂ ਦੇ ਨੈਣ ਨਕਸ਼, ਉਹਨਾਂ ਦੇ ਮਹਾਂਦਰੇ ਬੜੇ ਸੋਹਣੇ ਸਨ। ਅਦਕ ਨਰਨ ਕੋ ਰੁਚਿਰ ਸਰੂਪਾ, ਸਭ ਭੋਗੈ ਨਿਜ ਮਨ ਅਨਰੂਪਾ। ਮਨ ਦੀ ਮਰਜ਼ੀ ਨਾਲ ਸਾਰੇ ਸੁੱਖ ਭੋਗਦੇ ਸੀ ਉੱਥੇ। ਚੰਗੀ ਧਰਤੀ ਸੀ, ਜਰ ਖੇਡ ਸੀ, ਤੇ ਲੋਕ ਵੀ ਜਿਹੜੇ ਸੀ ਸੋਹਣੇ ਸੀ, ਤੇ ਆਪਣੀ ਮਰਜ਼ੀ ਨਾਲ ਉਹ ਆਪਣੀ ਜ਼ਿੰਦਗੀ ਜਿਉਂਦੇ ਸੀ। ਹਾਂਜੀ। ਬੈਸ ਸਬਨ ਕੋ ਬਰਖ ਹਜ਼ਾਰੂ, ਸਮ ਅਮਰਨ ਕੇ ਤਿਨ ਬਿਵਹਾਰੂ। ਉਹ ਜਿਹੜੇ ਲੋਕ ਸੀ ਉਹਨਾਂ ਦੀਆਂ ਉਮਰਾਂ ਬੜੀਆਂ ਲੰਬੀਆਂ ਸੀ, ਵਿਹਾਰ ਉਹਨਾਂ ਦੇ ਦੇਵਤਿਆਂ ਵਰਗੇ ਸਨ। ਦੇਵਤਾ ਆਪਾਂ ਕਿਹਨੂੰ ਕਹਿੰਦੇ ਆ? ਹੁਣ ਜਿਹਨੂੰ ਆਪਾਂ ਵੀ ਕਹੀਏ ਵੀ ਨਹੀਂ ਜੀ ਇਹ ਬੰਦਾ ਤੇ ਕਹਿੰਦੇ ਦੇਵਤਾ ਹੈ, ਇਹਦਾ ਅਰਥ ਇਹ ਨਹੀਂ ਕਿ ਉਹਦੇ ਵਿੱਚ ਸਾਰੀਆਂ ਗੱਲਾਂ ਚੰਗੀਆਂ ਨੇ, ਬਹੁਤੀਆਂ ਚੰਗੀਆਂ ਨੇ। ਹਰ ਗੱਲ ਤੇ ਝੂਠ ਨਾ ਬੋਲੇ ਆਪੇ ਦੇਵਤਾ ਹੋ ਗਿਆ, ਸੱਚ ਬੋਲਦਾ ਹੋਵੇ ਦੇਵਤਾ ਹੋ ਗਿਆ, ਚੋਰੀ ਚਕਾਰੀ ਨਾ ਕਰਦਾ ਹੋਵੇ ਦੇਵਤਾ ਹੋ ਗਿਆ, ਗਰੀਬ ਗੁਰਬੇ ਦੀ ਮਦਦ ਕਰਦਾ ਹੋਵੇ ਦੇਵਤਾ ਹੋ ਗਿਆ। ਕਿਉਂਕਿ ਅਸੀਂ ਮੰਨਿਆ ਕਿ ਜਿਹੜੇ ਚੰਗੇ ਕੰਮ ਕਰਦੇ ਨੇ ਉਹ ਦੇਵਤੇ ਹੁੰਦੇ ਨੇ, ਜਿਹੜੇ ਮਾਰੇ ਕੰਮ ਕਰਦੇ ਉਹ ਰਾਖਸ਼ ਹੁੰਦੇ ਨੇ। ਔਰ ਅਸੀਂ ਕਹਿੰਦੇ ਵੀ ਆ ਇਹ ਬੰਦਾ ਕਹਿੰਦੇ ਤਾਂ ਰਾਖਸ਼ ਹੈ, ਇਹਨੇ ਤਾਂ ਘਰੋਂ ਮਾਂ ਕੱਢਤੀ ਹੈ ਧੱਕੇ ਮਾਰ ਕੇ। ਜਿਹੜਾ ਗੁਆਂਢੀਆਂ ਦੀ ਮਾਂ ਨੂੰ ਵੀ ਰੋਟੀ ਦੇ ਕੇ ਆਵੇ ਉਹ ਦੇਵਤਾ ਹੈ, ਜਿਹੜਾ ਆਪਣੀ ਮਾਂ ਘਰੋਂ ਕੱਢਦੇ ਉਹ ਰਾਖਸ਼ ਹੈ। ਸਾਡਾ ਪੈਰਾਮੀਟਰ ਤੇ ਇਦਾਂ ਦਾ ਹੀ ਹੈ ਨਾ, ਹੋਰ ਕੋਈ ਸਾਨੂੰ ਪਤਾ ਤਾਂ ਹੈ ਨਹੀਂ ਕਿ ਦੇਵਤਾ ਕੀ ਹੁੰਦਾ ਤੇ ਦੈਂਤ ਕੀ ਹੁੰਦਾ। ਸਾਡੀ ਵੀ ਇਹੀ ਤਕੜੀ ਹੈ ਵੀ ਚੰਗੇ ਕੰਮ ਕਰਨ ਵਾਲੇ ਨੂੰ ਦੇਵਤਾ ਕਹੋ, ਮਾੜੇ ਕੰਮ ਕਰਨ ਵਾਲੇ ਨੂੰ ਰਾਖਸ਼ ਕਹੋ। ਹਾਂਜੀ। ਸਪਤ ਖੰਡ ਤੇ ਦੀਪਕੇ, ਸਰਤਾ ਸਪਤ ਪਰਵਾਹੇ। ਇੱਥੇ ਸਪਤ ਖੰਡ ਜਿਹੜੇ ਨੇ, ਤੈਂ ਦੀਪ ਕੇ ਸਰਤਾ ਸਪਤ ਪਰਵਾਹ। ਕਵੀ ਜੀ ਇੱਥੇ ਲਿਖਦੇ ਨੇ ਕਿ ਇੱਥੇ 7 ਨਦੀਆਂ ਵੀ ਵਗਦੀਆਂ ਸੀ ਪਾਣੀ ਦੀਆਂ। ਹਾਂਜੀ। ਸਰਬ ਪ੍ਰਕਾਰ ਆਨੰਦ ਬਹੁ, ਕੰਚਨ ਮੰਦਰ ਜਾਹ। ਲੋਕਾਂ ਦੇ ਘਰ ਐਵੇਂ ਨੇ ਜਿਵੇਂ ਸੋਨੇ ਦੇ ਬਣੇ ਹੋਣ, ਤੇ ਲੋਕ ਜਿਹੜੇ ਨੇ ਉਹ ਬੜੇ ਸੌਖੇ ਨੇ, ਆਨੰਦ ਵਿੱਚ ਰਹਿੰਦੇ ਨੇ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ, ਕੋਈ ਘਾਟਾ ਨਹੀਂ ਹੈ। ਹਾਂਜੀ। ਜਹ ਗੁਰ ਬੈਸੇ ਨਰ ਬਹੁ ਆਏ, ਹਾਥ ਜੋਰ ਪਗ ਸੀਸ ਨਿਵਾਏ। ਜਦੋਂ ਇਹਨਾਂ ਲੋਕਾਂ ਨੂੰ, ਪਲਕਸ਼ ਦੀਪ ਦੇ ਲੋਕਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਆਏ ਨੇ, ਇਹਨਾਂ ਨੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਦਰਸ਼ਨ ਕੀਤੇ। ਇਹ ਨਹੀਂ ਵੀ ਬੰਦਾ ਵੇਖਿਆ ਤੇ ਮੂੰਹ ਪਰੇ ਨੂੰ ਕਰ ਲਿਆ, ਸਾਡੀ ਗਲਤੀ ਹੈ। ਅਸੀਂ ਇੱਕ ਦੂਜੇ ਨੂੰ ਬੁਲਾਉਣ ਦੀ ਥਾਂ ਤੇ ਮੂੰਹ ਪਰਾਂ ਨੂੰ ਕਰ ਲੈਂਦੇ ਹਾਂ। ਪਰ ਜਿਹੜਾ ਤੁਹਾਨੂੰ ਵੇਖ ਕੇ ਅੱਗੋਂ ਆ ਕੇ ਤੁਹਾਨੂੰ ਫਤਿਹ ਬੁਲਾਵੇ, ਮਿਲੇ, ਤੁਹਾਨੂੰ ਵੀ ਲੱਗੇਗਾ ਵੀ ਬੰਦਾ ਕਿੰਨਾ ਚੰਗਾ ਹੈ, ਤੁਹਾਨੂੰ ਵੀ ਲੱਗੇਗਾ ਵੀ ਮੇਰਾ ਆਪਣਾ ਹੈ। ਇਹ ਗੁਣ ਇੱਥੋਂ ਦੇ ਲੋਕਾਂ ਵਿੱਚ ਸੀ, ਅੱਗੋਂ ਆ ਕੇ ਮਿਲੇ ਨੇ, ਮੱਥਾ ਵੀ ਟੇਕਿਆ। ਹਾਂਜੀ। ਅਪਰ ਦੀਪ ਕੋ ਸੰਤ ਸਰੂਪਾ, ਅਸ ਲਖ ਆਨੈ ਭੇਟ ਅਨੂਪਾ। ਉਹਨਾਂ ਨੇ ਗੁਰੂ ਸਾਹਿਬ ਨੂੰ ਆਇਆ ਵੇਖ ਕੇ ਇਹ ਨਹੀਂ ਕਿਹਾ ਵੀ ਇਹ ਕੌਣ ਹੈ, ਇਹ ਸਾਡੇ ਮੁਲਕ ਕਿਵੇਂ ਆ ਗਿਆ, ਇਹਦਾ ਇੱਥੇ ਕੀ ਕੰਮ ਹੈ ਨਾ। ਉਹਨਾਂ ਸਮਝਿਆ ਵੀ ਅਗਰ ਇਹ ਬੰਦਾ ਇੱਥੇ ਪਹੁੰਚ ਗਿਆ ਹੈ ਤੇ ਇਹ ਤਾਂ ਕੋਈ ਸੰਤ ਹੋਏਗਾ, ਕੋਈ ਰੱਬੀ ਅਵਤਾਰ ਹੋਏਗਾ, ਕਿਉਂਕਿ ਆਮ ਆਦਮੀ ਸਾਡੇ ਮੁਲਕ ਆ ਹੀ ਨਹੀਂ ਸਕਦਾ, ਕੋਈ ਸਾਧਨ ਤੇ ਹੈ ਨਹੀਂ, ਆਉਣ ਜਾਣ ਦੇ ਰਸਤੇ ਵੀ ਕੋਈ ਨਹੀਂ। ਅਗਰ ਇਹ ਇੱਥੇ ਪਹੁੰਚ ਗਿਆ ਹੈ ਤੇ ਜ਼ਰੂਰ ਕੋਈ ਧਰਮਾਤਮਾ ਪੁਰਖ ਹੋਏਗਾ ਕਿਸੇ ਧਰਤੀ ਦਾ। ਹਾਂਜੀ। ਮਧੁਰ ਧਰੇ ਫਲ ਰੁਚਿਰ ਅਗਾਰੀ, ਬੈਠੇ ਚੌਹ ਦਿਸ ਆਚਰਜ ਤਾਰੀ। ਉਹਨਾਂ ਨੇ ਬੜੇ ਸੁੰਦਰ ਫਲ ਲਿਆਂਦੇ, ਸਤਿਗੁਰਾਂ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਹਾਂਜੀ। ਸ਼੍ਰੀ ਪ੍ਰਭ ਤਿਨ ਸਿਉ ਬੈਨ ਉਚਾਰੇ, ਸਭ ਵਿਦ ਹੈ ਆਨੰਦ ਤੁਮਾਰੇ। ਸਤਿਗੁਰੂ ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਠੀਕ ਹੋ?
सब तुहाडे आनंद है, कोई दुख तकलीफ तो नहीं। इनू अज दे शब्दां च आपां कहने आ कि सब आनंद मंगल है, सब ऑल वैल है, सब ठीक है। हुण ये शब्दां दा ही फर्क है। किसी ने अंग्रेजी च इदां पुछ लिया, किसी ने जर्मन च होर तरीके नाल पुछ लिया, किसी ने रशियन च किसी होर तरीके नाल शब्द पुछ लिया। पुछदे असीं यही आ भी सब ठीक है ना। सतगुरां ने भी पुछे। हुण ये गुरमत दी भाषा है। आपां भी पुछदे किवें जी आनंद है, अगला भी कहंदा आनंद है, भावें उहनूं पता होवे भावें ना होवे भी आनंद दे अर्थ की ने। आनंद दे अर्थ ने कि आनंद भया मेरी माए सतगुरु मैं पाया, सतगुर ता पाया सहज सेती मन वजियां वधाइयां। आनंद इहनूं कहंदे ने। ते साडा आनंद की है? किद्दां भाजी आनंद है? हाँ जी आनंद है जी। हुण भाजी नाल तुसीं कप चाह दा पीओ जे, फिर तुसीं उहदा आनंद वेखिओ जे, बंद गोभी वर्गा होएगा, पत्ते ही पत्ते होणगे, फुल नहीं होएगा। फिर उन्होंने पुछो बच्चों की सुना, कहता कोई नहीं आखे लगते। तो पुछो आनंद काहदा सीगा? काम धंधे दी, कहता सब ठप है। तो पुछो आनंद काहदा सीगा? इनू कहते ने अधूरा ज्ञान, इनू कहते ने उधारा ज्ञान। भी गुरुद्वारे गए, उत्थे भाई साहब नूं बोलदियां सुनिया भी वो आनंद कहते सी, मैं भी आनंद कहता। सानू पता होना चाहिए असी कहना की चाहुंदे आ, उहदे अर्थ की ने। सतगुरां ने पूछा भी आनंद है भाई? हाँ जी। जिस प्रकार इस दीप मजारा हम सो कहो सरब व्यवहारा। सतगुरु कहन लगे दसोगे भी तुसी इत्थे किवें रहने हो, वरतों विहार की है, परिवार कारोबार की है, तुहाडा आपस विच मिलन वर्तन की है। हाँ जी। सुख दुख जे तो है तुझ ताई, सो सुनावो कूर बिहाई। अपना सुख दुख दसोगे, झूठ ना बोलियो, कोई गल लकाउण छपाउण की कोशिश ना करियो। हाँ जी। नर बोले तिस दीपके है सुख सर्ब प्रकार। उथों दे बंदे कहन लगे भी संत जी सुख तो बड़े ने। सुख आपां किहनूं कहंदे आ? सुख दा अर्थ है जिहड़ियां साडे कोले फैसिलिटीज ने। सुख है काहदा? कार खड़ी किते आउणा जाना होवे तां ये सुख है। ये बंदे का सुख नहीं है, पर यह कदों है? जदों तुसीं आउणा जाना होएगा। जिवें हुण दिल्ली च एयरपोर्ट है, बड़ा सुख है, पर किहदे लई? जिन्हें जाना होवे। तो जिन्हें जहाज का अजे मूँह ही नहीं वेख्या, उहदे लई काहदा सुख है? बेचारे लई उहदे लई कोई सुख नहीं है। ट्रेनां ने एक तो एक अगे आ गई, बड़ा सुख है। पर जे तुसी ट्रेन च सफ़र करना होवे तां दूजे बंदे लिए कोई सुख नहीं है। इहदा अर्थ है जिहड़े सुख दे अर्थ भी ने ना, वो भी वखरे वखरे ने। जिहड़ी चीज़ तुहाडे काम दी नहीं, वो काहदा सुख है? जिहड़ी चीज़ तुसी वरत रहे हो वो सुख तुहाडे लिए है, दूजा सुख तुहाडे लिए नहीं है। सतगुरां ने कहा भी दसोगे तुहाडे को सुख दुख की है, पर झूठ ना बोलियो जी। हाँ जी। त्रै दुख है सब हिन बिखै, सो हम करें उचार। वो कहन लगे जी सुख तो सारे ही ने, मतलब हर चीज़ की फैसिलिटी है, पर तीन दुख ने। वो असी तुहानूं दस देने भी सुख सारे ही ने, पर जिहड़े दुख ने वो सिर्फ तीन ने। वो असी तुहानूं बोल के दस दिन्ने आ। हाँ जी। बड़ो आप ते जेह को जानै, तेह सो मन में मत सर ठानै। इस मुल्क की सब तो वड्डी जिहड़ी दुख की गल वो ये है कि अपने तो वड्डे नाल ईर्खा करते हैं।
ਹੁਣ ਇਹੀ ਗੱਲ ਘਰ ਵਿੱਚ ਹੈ। ਤੁਸੀਂ ਅਮੀਰਾਂ ਦੇ ਘਰਾਂ 'ਚ ਜਾਓਗੇ, ਕੁਛ ਦੁੱਖ ਹੈ ਹੀ ਨਹੀਂ। ਮਤਲਬ 100 150 ਨੌਕਰ ਹੈ, ਪਰ ਸੁੱਖ ਘਰ 'ਚ ਨਹੀਂ ਹੈਗਾ। ਨੌਕਰ ਹੈਗੇ, ਗੱਡੀਆਂ 10 12 ਗੱਡੀਆਂ ਵੀ ਹੈਗੀਆਂ ਨੇ, ਡਰਾਈਵਰ ਵੀ ਹੈਗੇ ਨੇ, ਬੈਡਰੂਮ, ਹਾਂ ਸਭ ਦੇ ਬੈਡਰੂਮ ਨੇ, ਬੈਡਰੂਮ ਦੇ ਨਾਲ ਬਾਥਰੂਮ, ਉਹ ਜੀ ਕਮਾਲ ਹੈ ਜੀ। ਉਹਦੇ ਬੈਡਰੂਮ ਦੇ ਨਾਲ ਬਾਥਰੂਮ ਹੈ, ਬਾਥਰੂਮ ਦੇ ਨਾਲ ਬੜੇ ਵੱਡੇ ਨਾਲ ਹੋਰ ਰੂਮ ਨੇ ਤਿਆਰ ਹੋਣ ਵਾਸਤੇ, ਕੱਪੜੇ ਹੈਂਗਰਾਂ ਤੇ ਰੱਖਣ ਵਾਸਤੇ। ਪਰ ਸੁੱਖ ਨਹੀਂ ਹੈ। ਇਹ ਫੈਸਿਲਿਟੀਆਂ ਨੇ। ਸਭ ਇੱਕ ਦੂਜੇ ਨਾਲ ਈਰਖਾ ਕਰਦੇ ਨੇ, ਤੇ ਕਾਹਦਾ ਸੁੱਖ ਹੈ। ਤਾਂ ਹੀ ਤਾਂ ਕਹਿੰਦੇ ਸੀ ਕਿ ਜਦੋਂ ਘਰ ਛੋਟੇ ਹੁੰਦੇ ਸੀ ਸਾਰੇ ਇਕੱਠੇ ਬਹਿੰਦੇ ਸੀ। ਜਦੋਂ ਦੇ ਘਰ ਵੱਡੇ ਹੋ ਗਏ, ਕਦੇ ਆਪਸ ਵਿੱਚ ਲੋਕ ਇਕੱਠੇ ਨਹੀਂ ਬੈਠਦੇ। ਅੱਜ ਵੀ ਕੁਝ ਘਰ ਤੁਹਾਨੂੰ ਐਸੇ ਮਿਲਣਗੇ ਜਿਨ੍ਹਾਂ ਘਰਾਂ ਵਿੱਚ ਅੱਜ ਵੀ ਲੋਕ ਇਕੱਠੇ ਬਹਿ ਕੇ ਰੋਟੀ ਖਾਂਦੇ ਨੇ, ਇਕੱਠੇ ਬਹਿ ਕੇ ਪਾਠ ਕਰਦੇ ਨੇ। ਭਾਵੇਂ ਲੇਟ ਹੋ ਜਾਣ, ਇੱਕ ਦੂਜੇ ਦੀ ਵੇਟ ਕਰਨਗੇ, ਪਰ ਰੋਟੀ ਇਕੱਠੇ ਬਹਿ ਕੇ ਖਾਣਗੇ। ਹੁਣ ਉਹ ਕਹਿਣ ਲੱਗੇ ਜੀ ਜਿਹੜਾ ਸਾਡੇ ਚੋਂ ਵੱਡਾ ਹੋ ਜਾਏ ਉਹਦੇ ਨਾਲ ਈਰਖਾ ਕਰਦੇ ਨੇ। ਹਾਂਜੀ, ਲਘੂ ਕੋ ਦੇਖ ਗਰਭ ਉਰ ਧਰਹੀ, ਜੋ ਸਮ ਹੋਏ ਸਪਰਦਾ ਕਰਹੀ। ਜਿਹੜਾ ਛੋਟਾ ਹੋਵੇ ਉਹਦੇ ਤੇ ਹੰਕਾਰ ਕਰਦੇ ਨੇ, ਰੋਬ ਜਮਾਉਂਦੇ ਨੇ, ਵੱਡੇ ਨਾਲ ਈਰਖਾ ਕਰਦੇ ਨੇ। ਤੇ ਜਿਹੜਾ ਬਰਾਬਰ ਤੇ ਆ ਜਾਏ ਉਹਦੇ ਨਾਲ ਮਤਸਰ ਕਰਦੇ ਨੇ। ਵੱਡੇ ਦਾ ਸਾੜਾ, ਛੋਟੇ ਤੇ ਰੋਬ, ਬਰਾਬਰ ਦੇ ਨਾਲ ਈਰਖਾ। ਇਹ ਧਿਆਨ ਰੱਖਿਓ ਵੀ ਤਿੰਨੇ ਚੀਜ਼ਾਂ ਸਾਰਿਆਂ ਕੋਲ ਹੈਗੀਆਂ ਨੇ, ਤੇ ਫਿਰ ਬਾਕੀ ਫੈਸਿਲਿਟੀ ਕੀ ਕਰਨੀ ਹੈ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।